ਮੰਤਰੀ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਲਗਾਤਾਰ ਆਪਣੀ ਹੀ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਗੱਲ ਲਈ ਘੇਰਿਆ ਜਾ ਰਿਹਾ ਹੈ ਕਿ ਉਹ ਬੇਅਦਬੀ ਮਾਮਲੇ 'ਚ ਦੋਸ਼ੀ ਬਾਦਲ ਪਰਿਵਾਰ ਦੀ ਕਾਰਵਾਈ ਕਿਉਂ ਨਹੀਂ ਕਰ ਰਹੇ। ਹੁਣ ਸਿੱਧੂ ਦੇ ਵਾਰਾਂ ਦਾ ਜਵਾਬ ਸ਼੍ਰੋਮਣੀ ਅਕਾਲੀ ਦਲ ਨੇ ਵੀ ਦੇ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਿੱਧੂ ਦਾ ਬੇਅਦਬੀ ਮਾਮਲੇ ਦੇ ਨਾਲ ਕੁਝ ਵੀ ਲੈਣਾ ਦੇਣਾ ਨਹੀਂ ਹੈ, ਉਹ ਸਿਰਫ ਕੁਰਸੀ ਦਾ ਭੁੱਖਾ ਹੈ, ਕਿਉਂਕਿ ਜੋ ਆਦਮੀ ਆਸਾ ਰਾਮ, ਰਾਧੇ ਮਾਂ ਅਤੇ ਸੋਨੀਆ ਗਾਂਧੀ ਦੇ ਪੈਰਾਂ ਵਿੱਚ ਡਿੱਗਾ ਹੋਵੇ ਉਸ ਨੂੰ ਬੇਅਦਬੀ ਮਾਮਲੇ ਨਾਲ ਕੁਝ ਲੈਣਾ ਦੇਣਾ ਨਹੀਂ ਹੋ ਸਕਦਾ। ਇਸ ਦੇ ਨਾਲ ਹੀ ਮਜੀਠੀਆ ਨੇ ਸਿੱਧੂ ਨੂੰ ਚੈਲੰਜ ਵੀ ਕਰ ਦਿੱਤਾ ਕਿ ਜੇਕਰ ਤੇਰੇ ਕੋਲ ਸੱਚੀ ਕੋਈ ਸਬੂਤ ਹੈ ਤਾਂ ਉਸ ਨੂੰ ਕੋਰਟ 'ਚ ਜਾ ਕੇ ਪੇਸ਼ ਕਰੇ, ਨਾ ਕਿ ਇਸ ਤਰ੍ਹਾਂ ਡਰਾਮਾ ਬਣਾਵੇ। ਪੰਜਾਬ 'ਚ ਜਿਹੜੀ ਮੌਜੂਦਾ ਕਾਂਗਰਸ ਹੈ, ਚਾਹੇ ਉਹ ਠੋਕੋ ਤਾਲੀ ਗਰੁੱਪ ਹੈ, ਚਾਹੇ ਉਹ ਹੋਰ ਕੋਈ ਹੈ, ਚਾਹੇ ਉਹ ਚੀਕੂ ਸੀਤਾਫਲ ਗਰੁੱਪ ਹੈ, ਇਹ ਕੱਲਾ ਆਪ ਦੀ ਕੁਰਸੀ ਬਚਾਉਣ ਤੇ ਲੱਗੇ। ਲੋਕਾਂ ਨਾਲ ਭਾਵੇਂ ਉਹ ਮੀਟੂ ਹੈ, ਲੋਕਾਂ ਨਾਲ ਹਮਦਰਦੀ ਦੀ ਇੱਕ ਟਵੀਟ, ਲੋਕਾਂ ਦੀ ਕਿਸੇ ਦਾ ਛੋਟੇ ਛੋਟੇ ਨਿਆਣੇ 20-20 ਸਾਲ ਦੇ ਪੁੱਤਰ ਕਿਸੇ ਨੇ ਦੋਵੇਂ ਗਵਾ ਲਏ, ਪਰਿਵਾਰ ਖਤਮ ਹੋ ਗਏ ਆ। ਕਿਸੇ ਨੂੰ ਇਹ ਹਾਲਾਤ ਬਣ ਗਏ ਕਿ ਸੰਸਕਾਰ ਕਰਨ ਨੂੰ ਘਰ 'ਚ ਕੋਈ ਨਹੀਂ। ਆਹ ਹਾਲਾਤ ਫੋਟੋ ਵੇਖ ਲਈ, ਕੋਈ ਆਟੋ ਰਿਕਸ਼ਾ 'ਚ ਡੈੱਡ ਬਾਡੀ ਜਾ ਰਹੀਆਂ ਨੇ। ਪਿੰਡ 'ਚ ਸੰਸਕਾਰ ਕਰਨ ਦੀ ਜਗ੍ਹਾ ਇੱਕ ਦੀ ਜਗ੍ਹਾ ਦੋ ਉਹਨਾਂ ਨੂੰ ਸ਼ਮਸ਼ਾਨ ਘਾਟ 3 ਬਣਾਉਣੇ ਪੈ ਰਹੇ ਆ। ਮਗਰ ਸਰਕਾਰ ਵੱਲੋਂ ਲੋਕਾਂ ਪ੍ਰਤੀ ਕੋਈ ਹਮਦਰਦੀ, ਕੋਈ ਸੁਧਾਰ, ਕੋਈ ਇਸ ਕੋਵਿਡ ਮਹਾਮਾਰੀ 'ਚ ਜਿਵੇਂ ਦੇਸ਼ ਐਨੂੰ ਜਾ ਰਿਹਾ, ਪੰਜਾਬ ਐਨੂੰ ਜਾ ਰਿਹਾ, ਉਹਨੂੰ ਸੁਧਾਰਨ ਲਈ ਇੱਕ ਬਿਆਨ, ਇੱਕ ਟਵੀਟ ਜੇ ਆਇਆ ਹੋਵੇ ਮੈਨੂੰ ਦੱਸ ਦਿਓ। ਆਕਸੀਜਨ ਦੀ ਘਾਟ ਕਰਕੇ ਵੈਂਟੀਲੇਟਰ ਚਲਾਉਣ ਵਾਲਾ ਨਹੀਂ, ਬਲੇਮ ਗੇਮ ਚੱਲ ਰਹੀ ਹੈ। ਸੈਂਟਰ ਕਹਿੰਦਾ ਤੁਸੀਂ ਨਹੀਂ ਵੇਖੇ, ਜੇ ਉਹਨਾਂ ਨੇ ਵੈਂਟੀਲੇਟਰ ਗਲਤ ਭੇਜੇ ਸੀ, ਜਿੱਦਣ ਭੇਜੇ ਸੀ ਉਦੋਂ ਮੋੜ ਦਿੰਦੇ। ਵੈਂਟੀਲੇਟਰ ਚਲਾਉਣ ਨੂੰ ਤੁਹਾਡੇ ਕੋਲ ਬੰਦਾ ਨਹੀਂ, ਫਿਰ ਤੁਸੀਂ ਪ੍ਰਾਈਵੇਟ ਹਸਪਤਾਲ ਤੇ ਮੜਨ ਦੀ ਕੋਸ਼ਿਸ਼ ਕਰ ਰਹੇ ਹੋ। ਪ੍ਰਾਈਵੇਟ ਹਸਪਤਾਲ ਕਈ ਵਧੀਆ ਕੰਮ ਕਰ ਰਹੇ ਆ, ਮਗਰ ਬੜੇ ਇਹੋ ਜਿਹੇ ਵੀ ਨੇ ਕੁਛ ਕਾਲੀਆਂ ਭੇਡਾਂ ਜਿਹੜੀਆਂ ਲੁੱਟ ਖੋਹ ਤੇ ਇਸ ਕੋਵਿਡ ਨੂੰ ਕਮਾਈ ਦਾ ਸਾਧਨ ਬਣਾ ਰਹੀ ਹੈ, ਕਰੋੜਪਤੀ ਬਣਨ ਦੀ ਓਪਰਚੁਨਿਟੀ ਭਾਲ ਰਹੀ ਹੈ। ਇਹਦੇ 'ਚ ਉਹਨਾਂ ਦੇ ਲਾਇਸੈਂਸ ਕਿਉਂ ਨਹੀਂ ਕੈਂਸਲ ਹੋ ਰਹੇ? ਇੱਕ ਡਾਕਟਰ ਜਿਹੜਾ, ਚਲੋ 99% ਡਾਕਟਰ ਚੰਗਾ ਕੰਮ ਕਰ ਰਹੇ ਹੋ, ਉਹਨਾਂ ਦੀ ਸ਼ਲਾਘਾ ਹੋਣੀ ਚਾਹੀਦੀ, ਉਹਨਾਂ ਦੀ 20 ਘੰਟੇ ਲਾ ਰਹੇ, ਮਗਰ ਜਿਹੜਾ ਇੱਕ ਗੜਬੜ ਕਰ ਰਿਹਾ ਹੈ ਉਹਨਾਂ ਦੇ ਕਿਹੜੇ ਨੂੰ ਫੜ ਕੇ ਅੰਦਰ ਦਿੱਤਾ ਇਹਨਾਂ ਨੇ। ਦੇ ਤੇਰੇ ਦੀ ਲੈ ਤੇਰੇ ਦੀ ਸੀਟੀਆਂ ਦੀਆਂ ਸੀਟੀਆਂ ਕਰੀ ਜਾਂਦੇ। ਇਹ ਕੀ ਕਿਹਾ ICMR ਦੀ ਗਾਈਡਲਾਈਨ, ਜੇ ਵੱਧ ਸੀਟੀ ਕਲਾ ਲਓਗੇ ਤਾਂ ਵੀ ਇਟਸ ਡੇਂਜਰਸ ਟੂ ਯੋਰ ਹੈਲਥ। ਹਰ ਜਗ੍ਹਾ ਐਕਸਟੋਰਸ਼ਨ ਚੱਲ ਰਹੀ ਹੈ। ਤੇ ਮੈਂ ਜਿਹੜਾ ਹੈਲਥ ਮਿਨਿਸਟਰ ਸਾਹਿਬ ਨੇ, ਠੇਕੇਦਾਰ ਸਾਹਿਬ, ਉਹਨਾਂ ਦੀ ਮੈਂ ਬਿਆਨ ਪੜ੍ਹ ਰਿਹਾ ਸੀਗਾ, ਉਹਨਾਂ ਨੂੰ ਫਿਕਰ ਸਾਡਾ ਹੈਲਥ ਬਾਰੇ ਨਹੀਂ ਬਿਆਨ ਦਿੱਤਾ। ਬਿਆਨ ਦੇ ਰਿਹਾ ਉਹ ਸੁਖਬੀਰ ਜੀ ਨੇ ਆਹ ਗੱਲ ਕਹੀ ਸੀ। ਜਸਟ ਸ਼ੋਜ਼ ਕਿ ਪ੍ਰਾਇਰਟੀਜ਼ ਕੀ ਨੇ ਇਹਨਾਂ ਦੀਆਂ। ਲੋਕਾਂ ਦਾ ਫਿਕਰ ਹੀ ਨਹੀਂ ਬਣਾਇਆ ਤੁਹਾਨੂੰ ਲੋਕਾਂ ਨੇ ਸੀ। ਕਰੋਨਾ ਮਹਾਮਾਰੀ ਦੁਨੀਆ ਦੀ ਚੁਣੌਤੀ, ਤੇ ਇਹਨਾਂ ਨੂੰ ਆਪਦੇ ਠੋਕੋ ਤਾਲੀ ਨੂੰ, ਸੀਤਾਫਲ ਚੀਕੂ ਨੂੰ ਆਪ ਦੀ ਕੁਰਸੀ ਬਚਾਉਣ ਤੋਂ ਕੰਮ ਲੱਗਿਆ। ਇਹ ਅਮਨਦੀਪ ਹਸਪੀਟਲ ਹੈ ਜੀ। ਇਹ ਕੁਝ ਮਹੀਨੇ ਪਹਿਲਾਂ ਦਾ ਕੇਸ ਹੈ। ਮੈਂ ਪਹਿਲਾਂ ਵੀ ਉਜਾਗਰ ਕੀਤਾ, ਮਗਰ ਅੱਜ ਮੈਂ ਤਾਂ ਆਪ ਕਹਿ ਰਿਹਾ, ਮਗਰ ਮੈਂ ਫਰਸਟ੍ਰੇਸ਼ਨ ਦੱਸ ਰਿਹਾ। ਇਹ ਤਾਂ ਮੇਰੇ ਕੋਲ ਕੇਸ ਆਇਆ ਸੀ, ਮੈਂ ਉਹਨਾਂ ਨੂੰ ਨਹੀਂ ਇਨਸਾਫ ਦਿਵਾ ਸਕਿਆ ਕਿਉਂਕਿ ਉਹਨਾਂ ਦੀ ਮਦਦ ਸਰਕਾਰ ਕਰ ਰਹੀ ਹੈ। ਅੱਜ ਉਹਨਾਂ ਦੇ ਬੱਚੇ ਲਿਟਰਲੀ ਕਹਿ ਰਹੇ ਆ ਕਿ ਸਾਡਾ ਬਜ਼ੁਰਗ ਦੀ ਵੀ ਡੈਥ ਹੋ ਗਈ, ਸਾਡਾ ਦਿਵਾਲੀਆ ਵੀ ਨਿਕਲ ਗਿਆ। 21 ਲੱਖ ਦਾ ਜੇ ਕਿਸੇ ਨੇ ਬਿੱਲ ਬਣਾਇਆ, ਕਿਉਂ ਨਹੀਂ ਉਹਦੇ ਖਿਲਾਫ ਐਕਸ਼ਨ ਹੋ ਰਿਹਾ? ਔਰ ਇਹ ਜੇ ਕਈ ਨੇ ਹੋਰ, ਜੇ ਤੁਸੀਂ ਇਨਕੁਆਇਰੀ ਕਰੋ ਜਿਨ੍ਹਾਂ ਨੂੰ ਇਸ ਤਰੀਕੇ ਨਾਲ ਐਕਸਟੋਰਟ ਕੀਤਾ ਜਾ ਰਿਹਾ, ਜਿਹੜੇ ਚੰਗਾ ਕੰਮ ਕਰ ਰਹੇ ਉਹਨਾਂ ਦਾ ਸਨਮਾਨ ਹੋਣਾ ਚਾਹੀਦਾ। ਮਗਰ ਜਿਹੜਾ ਅੱਜ ਕਰੋਨਾ ਦੀ ਆੜ 'ਚ ਪ੍ਰੋਫਿਟ ਮੇਕਿੰਗ ਤੇ ਲੱਗੇ ਆ, ਫਿਰ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ। ਕਿਉਂ ਨਹੀਂ ਬੰਦਾ ਹਸਪਤਾਲ ਜਾ ਕੇ ਰਾਜੀ? ਉਹ ਕਹਿੰਦਾ ਮੈਂ ਤਾਂ ਪਹਿਲਾਂ ਹੀ ਹਿਸਾਬ ਕਿਤਾਬ ਦੀ ਮੇਰੀ ਕਮਾਈ ਆ, ਮੈਂ ਤਾਂ ਮਰ ਜੂ, ਬਿੱਲ ਦੇ ਕੇ ਮੈਂ ਉਹੀ ਨਿਕਲ ਮਰ ਜੂ। ਇਹ ਹਾਲਾਤ ਬਣ ਗਏ। ਦੈਟ ਇਜ਼ ਵਾਈ ਪੰਜਾਬ ਡਾਊਨਸਲਾਈਡ ਵੱਲ ਜਾ ਰਿਹਾ। ਦੈਟ ਇਜ਼ ਵਾਈ ਪੰਜਾਬ ਦੇ ਹਾਲਾਤ ਅੱਜ ਵਿਗੜ ਰਹੇ ਆ। ਕੌਨਫੀਡੈਂਸ ਬਿਲਡਿੰਗ ਦੀ ਲੋੜ ਹੈ, ਕੋਆਪਰੇਸ਼ਨ ਦੀ ਲੋੜ ਹੈ, ਇੱਕ ਦੂਜੇ ਤੇ ਟਰਸਟ ਦੀ ਲੋੜ ਹੈ। ਮਗਰ ਸਰਕਾਰ ਤਾਂ ਕੁਰਸੀ ਬਚਾਉਣ ਤੇ ਕੁਰਸੀ ਕਹਿੰਦਾ ਮੈਂ ਬਣ ਜਾ, ਇੱਕ ਕਹਿੰਦਾ ਮੈਂ ਛਿੱਟ ਦਿਆਂ। ਕੰਮ ਇਸ ਤੇ ਕੰਮ ਲੱਗਿਆ ਹੋਇਆ ਜ਼ੋਰ। ਲੋਕਾਂ ਦਾ ਕੀ ਦੂਆ?
सीताफल ग्रुप केड़ा है मतलब वो थोड़ा क्लियर ਉਹ ਤੁਹਾਨੂੰ ਸਭ ਪਤਾ, ਤੁਸੀਂ ਸਾਰੇ ਰਾਤ ਸੱਸ ਕੇ ਤਾਂ ਰਾਤ ਸੌਂਦੇ ਹੋ। ਵੀਡੀਓ ਤੁਹਾਡੇ ਚੋਂ ਕਿਹੜਾ ਜਿਹਨੇ ਉਹ ਵੀਡੀਓ 100 ਵਾਰੀ ਨਹੀਂ ਵੇਖੀ ਸਾਡੀ ਭੇਜੀ ਨਹੀਂ ਵੇਖੀ ਹੈ। ਹੈ ਜੀ? लेकिन तुसी जवाब तो दो ना घट्टो घट ਉਹ ਜੇ ਤੁਹਾਨੂੰ ਚੀਕੂ ਸੀਤਾਫਲ ਦਾ ਨਹੀਂ ਨਾ ਪਤਾ, ਫਿਰ ਤੁਸੀਂ ਵੀ ਪੰਜਾਬ ਛੱਡ ਜਾਓ। ਮੈਂ ਤੁਹਾਨੂੰ ਗੁੱਸਾ ਨਾ ਕਰਿਓ ਮੇਰੀ ਗੱਲ ਦਾ। ਨਹੀਂ, ਮੈਂ ਤਾਂ ਬਾਰ-ਬਾਰ ਕਹਿ ਰਿਹਾ ਜੀ, ਕਾਂਗਰਸ ਸਰਕਾਰ ਤਾਂ ਅੱਜ ਵੀ ਡਿੱਗ ਸਕਦੀ ਹੈ, ਕੱਲ ਵੀ ਡਿੱਗ ਸਕਦੀ ਹੈ, ਪਰਸੋਂ ਵੀ ਡਿੱਗ ਸਕਦੀ ਹੈ, ਕਿਸੇ ਦਿਨ ਡਿੱਗ ਸਕਦੀ ਹੈ, ਮਗਰ ਲੋਕਾਂ ਦਾ ਫਿਕਰ ਤਾਂ ਹੈ ਹੀ ਨਹੀਂ ਨਾ। ਜਦ ਕਿ ਇਹਨਾਂ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਕਹਿਣਾ ਚਾਹੀਦਾ ਸੀ ਕਿ ਅਸੀਂ ਲੜਾਈ ਲੜਾਂਗੇ ਕਰੋਨਾ ਦੇ ਖਿਲਾਫ। ਇਹ ਤਾਂ ਲੜਾਈ ਲੜ ਰਿਹਾ ਆਪ ਦੀ ਕੁਰਸੀ ਬਚਾਉਣ ਦੀ। ਕੋਈ ਕੁਰਤਾ ਦਾ ਮੈਂ ਮੁੱਖ ਮੰਤਰੀ ਬਣ ਜਾਣਾ, ਉਹ ਕਹਿੰਦਾ ਮੈਂ ਬਣ ਨਹੀਂ ਦੇਣਾ। ਇਹ ਜਿਹੜੇ ਤੁਸੀਂ 2-3 ਇੰਟਰਵਿਊ ਤੂੰ ਕਰਕੇ ਆਇਆ ਮੇਰਾ ਵੀਰ, ਉਹ ਸਾਰੇ ਸਾਡੇ ਸਾਥੀ ਨੇ। ਇੱਕ ਤਾਂ ਮਿਲਦਾ ਨਹੀਂ, ਉਹ ਜਿਹੜਾ ਬਾਬਾ ਰਾਮ ਰਹੀਮ ਦਾ ਚੇਲਾ, ਰਾਧੇ ਮਾਂ ਦਾ ਚੇਲਾ, ਉਹ ਆਪ ਦੀ ਗੱਲ ਸੁਣਾਉਂਦਾ, ਸੁਣਾ ਕੇ ਪਤਾ ਨਹੀਂ ਫਿਰ ਭੱਜ ਜਾਂਦਾ। ਉਹਨੂੰ ਰਾਧੇ ਮਾਂ ਦੇ ਚੇਲੇ ਨੂੰ ਮੈਂ ਪਹਿਲਾਂ ਉਹਦੀ ਗੱਲ ਕਰ ਲਾਂ, ਫਿਰ ਮੈਂ ਇੱਥੇ ਵੀ ਆਊਂ ਪ੍ਰਗਟ ਸਿੰਘ। ਆ ਰਾਧੇ ਮਾਂ ਦੇ ਚੇਲੇ ਨੂੰ ਕੁਝ ਦਿਨ ਪਹਿਲਾਂ ਆ ਸਾਡੇ ਬੈਂਸ ਸਾਹਿਬ ਨੇ ਮੈਨੂੰ ਲੱਗਦਾ ਉਹ ਸਟੇਟਮੈਂਟ ਦਿੱਤੀ ਸੀ ਕਿ ਅਸੀਂ ਕਿਹਾ ਅਸੀਂ ਚੈਲੰਜ ਕਰਦੇ ਆ। ਕਿਉਂਕਿ ਦੇਖੋ ਇਹ ਚੈਲੰਜ ਕਿਉਂ ਦੇਣਾ ਪਿਆ, ਮਹੀਨਾ ਅਸੀਂ ਸੁਣੀ ਗਏ ਆ। ਸਾਨੂੰ ਵੀ ਸੀਗਾ ਕਿ ਕਰੋਨੇ ਦੀ ਗੱਲ ਕਰੂ ਕੋਈ, ਜੋ ਪੰਜਾਬ ਦੇ ਗਰਾਊਂਡ ਰਿਐਲਿਟੀਜ਼ ਨੇ, ਜੋ ਅਸਲੀਅਤ ਦੇ ਹਾਲਾਤ ਆ, ਉਹਦੀ ਗੱਲ ਕੋਈ ਕਰੂ। ਉਹਦੀ ਗੱਲ ਤੇ ਤਾਂ ਆਉਂਦੇ ਨਹੀਂ ਸੀ। ਕੱਲਾ ਕੁਰਸੀ ਮਿਲ ਜੇ, ਜਿਵੇਂ ਮਰਜ਼ੀ ਮਿਲ ਜੇ, ਉਹਦੀ ਗੱਲ ਕਰਦੇ ਸੀ। ਇਹ ਜਿਹੜਾ ਰਾਧੇ ਮਾਂ ਦਾ ਚੇਲਾ, ਮੈਂ ਕਿਉਂ ਕਹਿ ਰਿਹਾ, ਹੁਣੇ ਵੀਡੀਓ ਵਿਖਾ ਦੂੰ, ਤੁਹਾਡੀ ਵੀ ਸੰਤੁਸ਼ਟੀ ਹੋ ਜੂ। ਇਹ ਕੱਲਾ ਰਾਧੇ ਮਾਂ ਦਾ ਚੇਲਾ ਨਹੀਂ, ਇਹ ਆਸਾ ਰਾਮ ਦਾ ਵੀ ਚੇਲਾ, ਇਹ ਆਪਣਾ ਇਹਦਾ ਸੌਦੇ ਸਾਧ ਦਾ, ਇਹ ਰਾਮ ਰਹੀਮ ਦਾ ਵੀ ਚੇਲਾ, ਤੇ ਇਹਦਾ ਬਾਪੂ ਭਗਵੰਤ ਸਿੰਘ, ਇਹ ਉਹ ਬਾਬੇ ਦਾ ਚੇਲਾ ਜਿਹਦਾ ਇਹਨੇ ਕੇਸ ਲੜਿਆ ਸੀਗਾ ਨਿਰੰਕਾਰੀਆਂ ਦਾ। ਮਤਲਬ ਇਹਨੇ ਤਾਂ ਕੋਈ ਛੱਡਿਆ ਹੀ ਕੋਈ ਨਹੀਂ ਨਾ। ਜਿਵੇਂ ਬਾਪ ਬਦਲਦਾ ਉਸ ਤਰ੍ਹਾਂ ਬਾਬਾ ਵੀ ਆਪਦਾ ਇਹ ਮਿੰਟੋ ਮਿੰਟੀ ਜਦੋਂ ਕਿਵੇਂ ਸ਼ੂਟ ਕਰਦਾ, ਉਹ ਮੈਂ ਤੁਹਾਨੂੰ ਵੀਡੀਓ ਵਿਖਾ ਦੇਣਾ, ਤੁਹਾਡੀ ਤਸੱਲੀ ਹੋ ਜੂ। ਇਹਨੂੰ ਰਾਧੇ ਮਾਂ ਦੇ ਚੇਲੇ ਨੂੰ ਅਸੀਂ ਕਿਹਾ, ਬਾਬੇ ਰਾਮ ਰਹੀਮ ਦੇ ਚੇਲੇ ਨੂੰ ਕਿਹਾ ਕਿ ਦੇਖੋ, ਸਭ ਨੂੰ ਕਿਹਾ ਕਿ ਇਹ ਕੰਮ ਛੱਡ ਦਿਓ, ਕਰੋਨਾ ਦਾ ਫਿਕਰ ਕਰ ਲਓ। ਨਹੀਂ, ਫਿਰ ਅਸੀਂ ਕਿਹਾ ਯਾਰ ਅਸੀਂ ਚੈਲੰਜ ਹੀ ਦਿੰਨੇ ਆ, ਜਿਹਦੇ ਕੋਲ ਜੋ ਕੁਛ ਹੈ ਤੇ ਲਿਆ ਕੇ ਕੋਰਟ 'ਚ ਦੇ ਦਿਓ। 4.5 ਸਾਲ ਹੋ ਗਏ ਤੁਹਾਨੂੰ ਇਹ ਤੇ ਪੋਲਿਟਿਕਸ ਕਰਦਿਆਂ ਨੂੰ। ਕੀ ਪੋਲਿਟਿਕਸ ਹੀ ਤੁਹਾਡਾ ਕੰਮ? ਕੋਈ ਲੋਕਾਂ ਦਾ ਨਾ ਤਾਂ ਤੁਸੀਂ ਕੋਈ ਵਾਅਦਾ ਪੂਰਾ ਕਰੋ, ਨਾ ਲੋਕਾਂ, ਨਾ ਐਸਸੀ ਭਾਈਚਾਰੇ ਪ੍ਰਤੀ ਤੁਹਾਡੀ ਕੋਈ ਵਾਅਦੇ ਪੂਰਤੀ ਹੋਈ, ਨਾ ਕਿਸਾਨਾਂ ਪ੍ਰਤੀ ਹੋਈ, ਨਾ ਨੌਜਵਾਨਾਂ ਪ੍ਰਤੀ ਹੋਈ। ਕੱਲਾ ਕੇਵਲ ਤੇ ਕੇਵਲ ਜਦੋਂ ਉੱਠਦੇ ਆ, ਜਦੋਂ ਵੇਖਿਆ ਕਿ ਉਹਨੂੰ ਕੁਰਸੀ ਚਾਹੀਦੀ, ਆਪਦੀ ਸਿਆਸਤ ਘੋਟਣੀ ਸ਼ੁਰੂ ਕਰ ਦਿੰਦੇ। ਦੋ ਇਹਨਾਂ ਨੇ ਉਦਾਹਰਨ ਦਿੱਤੇ, ਔਰ ਮੈਂ ਵੇਖ ਰਿਹਾ ਸੀ ਕਿ ਕਈ ਤੁਹਾਡੇ ਚੋਂ ਵੀ, ਤੁਸੀਂ ਬੜੇ ਸਿਆਣੇ ਸੂਝਵਾਨ ਹੋ, ਪਤਾ ਨਹੀਂ TRP ਦੇ ਚੱਕਰ 'ਚ ਤੁਸੀਂ ਵੀ ਕਈ ਵਾਰੀ ਪਲਟੀ ਖਾ ਜਾਂਦੇ ਹੋ। ਉਹ ਜਿਹੜੀ ਚੀਜ਼ਾਂ ਤੁਹਾਨੂੰ ਵਿਖਾਉਂਦਾ ਉਹ ਕੀ ਤੁਸੀਂ ਸਮਝਦੇ ਹੋ ਜੱਜ ਸਾਹਿਬ ਨੇ ਨਹੀਂ ਵੇਖ ਲਈਆਂ? ਮੈਂ ਤੁਹਾਨੂੰ ਹੁਣ ਉਹ ਦੱਸ ਵੀ ਦਿੰਦਾ। ਆ ਪਹਿਲਾਂ ਤਾਂ ਇੱਕ ਗੱਲ ਕਰਦਾ, ਆ ਜਿਹੜਾ ਉਹਨਾਂ ਦਾ ਹੈਂਡ ਪਿਕਡ ਤੋਤਾ। ਦੇਖੋ ਮੈਂ ਜੱਜ ਸਾਹਿਬਾਨਾਂ ਦੀ ਬੜੀ ਸਤਿਕਾਰ ਕਰਦਾ, ਮਗਰ ਇੱਕ ਕਮਿਸ਼ਨ ਹੁੰਦਾ ਜਿਹੜਾ ਇੰਡੀਪੈਂਡੈਂਟ ਤਰੀਕੇ ਨਾਲ ਚੀਫ ਜਸਟਿਸ ਲਾਵੇ। ਇੱਕ ਹੁੰਦਾ ਕਿ ਤੁਸੀਂ ਸਾਰੇ ਪੱਤਰਕਾਰ ਬੈਠੇ ਹੋ, ਤੁਹਾਡੇ ਚੋਂ ਮੈਨੂੰ ਕਿਹੜਾ ਚੰਗਾ ਲੱਗਦਾ ਤੇ ਫਿਰ ਮੈਂ ਉਹਨੂੰ ਕਹਿ ਦਿਆਂ ਤੇ ਫਿਰ ਉਹਨੂੰ ਕਹਾਂ ਹੁਣ ਤੂੰ ਇਹੀ ਕਹਾਣੀ ਪਾਈ ਜਿਹੜੀ ਮੈਂ ਤੈਨੂੰ ਪੈ ਰਿਹਾ, ਤੇ ਫਿਰ ਉਹ ਹੈਂਡ ਪਿਕਟ ਹੀ ਹੋਇਆ ਨਾ। ਇਸੇ ਤਰ੍ਹਾਂ ਇਹਨਾਂ ਦਾ ਹੈਂਡ ਪਿਕਟ ਇਹਨਾਂ ਨੇ ਤੋਤਾ, ਭਾਈਆ ਸਾਹਿਬ ਆ ਰਣਜੀਤ ਸਿੰਘ। ਔਰ ਦੇਖੋ ਕਿਸ ਹੱਦ ਤੱਕ ਅਸੀਂ, ਸਾਡੀ ਗੱਲ ਤਾਂ ਦੇਖੋ ਰੱਬ ਦੇ ਰੰਗ ਬੜੇ ਆ, ਸੱਚੇ ਪਾਤਸ਼ਾਹ ਨੇ ਸਭ ਦੇ ਚਿਹਰੇ ਨੰਗੇ ਕਰਤੇ। ਤੁਸੀਂ ਕਦੇ ਸੁਣਿਆ ਜਿਹੜਾ ਕਮਿਸ਼ਨ ਤੋਂ ਲੱਥ ਗਿਆ ਹੋਵੇ ਉਹ ਕੈਬਨਿਟ ਮੀਟਿੰਗ 'ਚ ਬੈਠਿਆ ਸੀ? ਤੁਸੀਂ ਕਦੇ ਇਹ ਗੱਲ ਸੁਣੀ ਅੱਜ ਤੱਕ ਕਿ ਕੋਈ ਇੰਡੀਪੈਂਡੈਂਟ ਬੰਦਾ ਹੋਵੇ, MLA ਦੀ ਮੀਟਿੰਗ ਚੱਲ ਰਹੀ ਹੈ ਉੱਥੇ ਆਪਣਾ ਚੀਕੂ ਸੀਤਾਪਲ ਦੇ ਗ੍ਰਹਿ 'ਚ, ਤੇ ਉੱਥੇ ਇਹ ਵਿੱਚ ਬੈਠੇ ਹੋਣ ਦੋਵੇਂ ਜੱਜ, ਤੇ ਇਹ ਤੋਂ ਕੀ ਸਮਝ ਆਉਂਦੀ ਹੈ ਕਿ ਕੀ ਉਹਦੇ 'ਚ ਕੋਈ ਇੰਡੀਪੈਂਡੈਂਸ ਰਹਿ ਗਈ? ਹੀ ਇਜ਼ ਅ ਪੇਡ ਮੈਨ। ਉਹਨੂੰ ਤਨਖਾਹ ਦਿੱਤੀ ਜਾਂਦੀ ਹੈ, ਔਰ ਤਨਖਾਹ ਇਸ ਲਈ ਦਿੱਤੀ ਜਾਂਦੀ ਹੈ ਕਿ ਜੋ ਕਾਂਗਰਸ ਭਵਨ 'ਚ ਅਸੀਂ ਕਹਿ ਦਈਏ ਤੂੰ ਉਹ ਕੰਮ ਕਰਨਾ। ਉਹਨੇ ਵੀ ਰਿਪੋਰਟ ਬਣਾਈ, ਬਹੁਤ ਚਰਚਿਤ ਰਿਪੋਰਟ, ਔਰ ਉਹਦੀ ਰਿਪੋਰਟ ਵੈਸੇ ਤਾਂ ਤੁਸੀਂ ਸਾਰੀ ਪੜ੍ਹੀ ਹੋ, ਰਿਪੋਰਟ ਵਿਖਾਈ ਮੈਨੂੰ, ਮੈਂ ਰਿਪੋਰਟ ਤੁਹਾਨੂੰ ਵਿਖਾਈ ਦਿੰਦਾ। ਪੜ੍ਹੀ ਤਾਂ ਤੁਸੀਂ ਸਾਰੀ ਆ, ਮਗਰ ਤੁਸੀਂ ਵੀ ਕਈ ਵਾਰੀ ਭੁੱਲ ਜਾਂਦੇ ਹੋ।
ਵੈਸੇ ਇਹ ਕਰੋਨਾ ਦਾ ਇੱਕ ਸਾਈਡ ਇਫੈਕਟ ਹੈ ਕਿ ਭੁੱਲ ਜਾਂਦਾ ਬੰਦਾ, ਕਹਿੰਦੇ ਬ੍ਰੇਨ ਥੋੜੀ ਧੁੰਦ। ਆਹ ਰਿਪੋਰਟ ਸੀ। ਹੁਣ ਇਹਦੇ 'ਚ ਪੇਜ ਨੰਬਰ 50 ਪੜ੍ਹ ਲਿਓ। ਪੇਜ ਨੰਬਰ 50 'ਚ ਕੀ ਕਿਹਾ? This witness would state that when apprised about the situation and proposed action by the police, Chief Minister had agreed with district administration that police should not use force to lift dharna and protesters be allowed to continue with dharna। ਆਪ ਲਿਖਦੇ ਆ ਭਾਈਆ ਜੀ ਇਹਨਾਂ ਦੇ, ਜਿਨ੍ਹਾਂ ਦੇ ਤੁਸੀਂ ਕੇਜਡ ਪੈਰਟ ਕਹਿ ਲਓ ਜਾਂ ਇਹਨਾਂ ਦੀ ਸੈਬਸਟਾਈਲਡ ਕਮਿਸ਼ਨ ਕਹਿ ਲਓ, ਹੈਂਡ ਪਿਕਡ ਕਹਿ ਲਓ, ਜੋ ਮਰਜ਼ੀ ਲਫ਼ਜ਼ ਵਰਤ ਲਓ, ਉਹਨਾਂ ਨੂੰ ਵੀ ਮਜਬੂਰੀ ਸੱਚਾਈ ਲਿਖਣੀ ਪੈ ਗਈ ਕਿ ਮੁੱਖ ਮੰਤਰੀ ਸਾਹਿਬ ਨੇ ਜੋ ਕਿਹਾ ਸੀ ਕਿ ਇਹਨਾਂ ਨੂੰ ਸ਼ਾਂਤਮਈ ਬੈਠੇ ਰਹਿਣ ਦਿਓ, ਕਿ ਇਹਨਾਂ ਦੇ ਖਿਲਾਫ ਫੋਰਸ ਨਾ ਯੂਜ਼ ਕਰਿਓ। ਉਹਨਾਂ ਦੇ ਲਫ਼ਜ਼ ਹੈ। ਪੇਜ ਨੰਬਰ 50 ਕੱਢ ਲਿਓ, ਰਿਫਰੈਸ਼ ਯੋਰ ਮੈਮਰੀ। ਔਰ ਉਹਦੇ ਬਾਅਦ ਉਹ ਫਾਈਨਲ ਰეკਮੈਂਡੇਸ਼ਨ ਹਰ ਕਮਿਸ਼ਨ ਦਿੰਦਾ ਹੈ। ਪੇਜ ਨੰਬਰ 179 ਐਂਡ 180 ਦੱਸੋ ਉਸ ਰეკਮੈਂਡੇਸ਼ਨ 'ਚ ਕਿੱਥੇ ਕਿਹਾ ਕਿ ਬਾਦਲ ਸਾਹਿਬ ਜਾਂ ਸੁਖਬੀਰ ਜੀ ਦਾ ਕੋਈ ਸੀ? ਬਾਰ-ਬਾਰ ਇਹ ਕਹਿੰਦੇ ਰਣਜੀਤ ਸਿੰਘ ਦੀ ਪੜ੍ਹ ਲਓ, ਰਣਜੀਤ ਸਿੰਘ। ਉਹਨੇ ਤਾਂ ਆਪ ਨਹੀਂ ਕਿਹਾ, ਉਹ ਤਾਂ ਆਪ ਬਾਦਲ ਸਾਹਿਬ ਨੂੰ ਐਗਜ਼ੋਨਰੇਟ ਕਰ ਰਹੇ, ਇੱਕ ਤਰੀਕੇ ਨਾਲ ਕਹਿ ਰਹੇ ਕਿ ਨਹੀਂ ਉਹਨਾਂ ਦੀ ਕੋਈ ਇਹਦੇ 'ਚ ਕੰਮ, ਉਹਨਾਂ ਨੇ ਕਦੇ ਵੀ ਨਹੀਂ ਕਿਹਾ ਯੂਜ਼ ਆਫ ਫੋਰਸ। ਫਿਰ ਇਹਨਾਂ ਨੇ SIT ਬਣਾਈ। ਹੁਣ SIT ਵੀ ਦੇਖੋ, ਅਫਸਰ ਤਾਂ ਬੜੇ ਸੀ ਕਾਬਲ। SIT ਲਈ ADGP DGP ਦੀ ਇਹ ਪੰਜਾਬ ਪੁਲਿਸ ਟੌਪ ਹੈਵੀ ਫੋਰਸ ਹੈ, ਭਰਮਾਰ ਹੈ ਇੱਥੇ। ਮਗਰ ਇਹਨਾਂ ਨੇ ਸਾਰੇ ਪਾਸੇ ਕਰਤੇ। ਪ੍ਰਬੋਧ ਕੁਮਾਰ ਨੂੰ ਪਹਿਲਾਂ ਲਾਇਆ, ਫਿਰ ਪਾਸੇ ਕਰਤਾ। IG ਸਾਹਿਬ ਨੂੰ, ਆਪਣੇ ਅਰਨਪਾਲ ਜੀ ਨੂੰ ਲਾਇਆ, ਪਾਸੇ ਕਰਤਾ। ਹੈਂਡ ਪਿਕਡ ਮਤਲਬ ਕਿ ਜੋ ਹੈਂਡ ਪਿਕਡ ਬਾਈ ਹੂਮ, ਇਹ ਬੜੀ ਜ਼ਰੂਰੀ ਗੱਲ ਹੈ। ਜਿਹੜਾ ਰਣਜੀਤ ਸਿੰਘ ਭਾਈਆ ਜੀ ਦੇ ਸਤਿਕਾਰਯੋਗ ਨੇ, ਉਹ ਹੈਂਡ ਪਿਕਡ ਬਾਏ ਖੈਰਾ, ਸੁੱਖੀ ਰੰਧਾਵਾ, ਨਵਜੋਤ ਸਿੱਧੂ, ਕੈਪਟਨ ਅਮਰਿੰਦਰ ਸਿੰਘ। ਇਹ ਹੈਂਡ ਪਿਕਡ ਬਾਏ ਕੈਪਟਨ ਅਮਰਿੰਦਰ ਸਿੰਘ, ਸੁੱਖੀ ਰੰਧਾਵਾ, ਨਵਜੋਤ ਸਿੱਧੂ, ਠੋਕਰਤਾਲੀ ਐਂਡ ਖੈਰਾ ਐਂਡ ਜਿਹੜੇ ਸਾਰੇ ਉਹ 16 ਕਰੋੜੀ ਬਾਬੇ ਸਭ ਦੀ ਮਨਪਸੰਦ ਇਹ ਮੱਖੀ ਪ੍ਰਤਾਪ ਸਿੰਘ ਲਾਤਾ। ਮਗਰ ਉਹਦਾ ਕੀ ਰਿਜ਼ਲਟ ਨਿਕਲਿਆ? ਉਹਨੇ ਵੀ ਰਿਪੋਰਟ ਦਿੱਤੀ, ਕੋਰਟ 'ਚ ਦਿੱਤੀ। ਦੇਖੋ ਤੁਸੀਂ ਕੀ ਕਹਿ ਰਹੇ ਹੋ, ਮੈਂ ਕੀ ਕਹਿ ਰਿਹਾ। ਔਰ ਉਹ ਵੀਡੀਓ ਜਿਹੜੀ ਇਹਨੇ ਚੈਲੰਜ ਤੋਂ ਬਾਅਦ ਇੱਕ ਵੀਡੀਓ ਚਲਾਈ, ਉਹ ਵੀਡੀਓ ਵੀ ਕੋਰਟ 'ਚ ਗਈ। ਔਰ ਮੈਂ ਪੜ੍ਹ ਦਿਆਂ ਤੁਹਾਨੂੰ ਆਹ ਵੀਡੀਓ on page 81, CCTV and video footage seen by High Court, also part of challan, yet challan quashed, investigation by Kumar Vijay Pratap set aside। मतलब कि ਇਹ ਜੋ ਇਹ ਬਾਰ-ਬਾਰ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦੇ ਆ, ਇਹ ਸਾਰਾ ਕੁਝ ਕੋਰਟ 'ਚ ਗਿਆ। ਔਰ ਸਾਰਾ ਕੁਝ ਵੇਖਣ ਤੋਂ ਬਾਅਦ ਜੱਜ ਸਾਹਿਬ ਨੇ ਆਪਦੀ ਤਸੱਲੀ ਕਰ ਲਈ ਔਰ ਸੈਟ ਅਸਾਈਡ ਕਰਤਾ। ਮੈਂ ਨਾ ਮਾਨੂੰ, ਜਦ ਤਾਂ ਆਵੇ ਫੈਸਲਾ ਹਾਈ ਕੋਰਟ, ਸੁਪਰੀਮ ਕੋਰਟ ਦਾ ਇਹਨਾਂ ਵਾਸਤੇ, ਫਿਰ ਬੜਾ ਸਰਵੋੱਚ ਅਦਾਲਤ ਦੇ ਫੈਸਲਾ ਆ ਗਿਆ ਜੀ, ਹੁਣ ਤਾਂ ਬਹੁਤ ਚੰਗਾ ਕੋਰਟ ਹੈ। ਤੇ ਜੇ ਆ ਜੇ ਕਿਸੇ ਹੋਰ ਲਈ ਫੈਸਲਾ ਤੇ ਜਿਹੜਾ ਇਹਨਾਂ ਨੂੰ ਪਸੰਦ ਨਹੀਂ, ਫਿਰ ਉਹ ਮਾੜਾ ਹੋ ਗਿਆ। ਔਰ ਇਸੇ ਤਰੀਕੇ ਨਾਲ ਫਿਰ ਇਹ ਗੱਲ ਕਰਦੇ ਆ ਫੋਨਾਂ ਦੀ। ਫੋਨਾਂ 'ਚ ਕੀ ਕਿਹਾ ਜੱਜ ਸਾਹਿਬ ਨੇ ਕਿ ਜੇ ਫੋਨ ਤੇ ਗੱਲ ਕਰਨੀ ਗੁਨਾਹ, ਫਿਰ ਆਉਣ ਵਾਲੇ ਸਮੇਂ 'ਚ ਸਾਰੇ CMs, all ministers will be held responsible, will be criminally liable। ਇਹ ਗੱਲ ਨਹੀਂ ਹੋ ਸਕਦੀ। ਔਰ ਉਹਨਾਂ ਨੇ ਜਲ ਕੇ ਇਹ ਹੱਦ ਤੱਕ ਗਏ, CM ਪ੍ਰਕਾਸ਼ ਸਿੰਘ ਜੀ ਬਾਦਲ was alive to the situation। ਇਹ ਨਹੀਂ ਇੱਥੇ ਚੀਕੂ ਸੀਤਾਫਲ ਵਾਂਗੂ ਸੁੱਤੇ ਪਏ ਆ ਲੋਕ, ਇੱਥੇ ਧੜਾ ਧੜ ਪੰਜਾਬ 'ਚ ਡੈੱਡ ਬੋਡੀਆਂ ਦਾ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਢੇਰ ਲੱਗ ਰਿਹਾ, ਤੇ ਇਹ ਆਪਦੇ ਘਰ 'ਚੋਂ ਨਹੀਂ ਨਿਕਲ ਰਹੇ ਬਾਹਰ। ਬਾਦਲ ਸਾਹਿਬ ਵਾਸ ਅਲਾਈਵ ਟੂ ਦਾ ਸਿਚੁਏਸ਼ਨ। ਔਰ ਅੱਗੇ ਜਾ ਕੇ ਗੱਲ ਕਹਿੰਦੇ ਆ ਕਿ ਜੇ ਰੋਮ ਚੱਲ ਰਿਹਾ ਸੀ ਤੇ ਨੀਰੋ ਆਪਦੀ ਬੰਸਰੀ ਨਹੀਂ ਵਜਾ ਰਿਹਾ ਸੀ, ਆਪਦੀ ਜ਼ਿੰਮੇਵਾਰੀ ਤਹਿਤ ਹਰ ਗੱਲ ਦਾ ਧਿਆਨ ਰੱਖ ਰਹੇ ਸੀ ਔਰ ਆਪਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਦੇ ਹੋਏ ਆਪਦੀ ਜ਼ਿੰਮੇਵਾਰੀ ਨਿਭਾ ਰਹੇ ਸੀ। ਔਰ ਅੱਗੇ ਕਹਿੰਦੇ ਆ ਜੱਜ ਸਾਹਿਬ, none of the witnesses have even remotely suggested that the CM conspired to kill the protesters by police firing। ਮਗਰ ਮੈਂ ਹੈਰਾਨ ਆ, ਗੱਲ ਤਾਂ ਕੁਰਸੀ ਦੀ ਆ, ਗੱਲ ਤਾਂ ਤੁਸੀਂ
ਕੁਰਸੀ ਤੇ ਕਬਜ਼ਾ ਕਰਨਾ ਚਾਹੁੰਦੇ ਹੋ, ਹੁਣ ਹੋਰ ਕੋਈ ਕੰਮ ਤਾਂ ਮਿਲਦਾ ਨਹੀਂ। ਜੇ ਤੁਹਾਨੂੰ ਇੰਨਾ ਹੀ ਫਿਕਰ ਹੈ, ਦੇਖੋ ਗੁਰੂ ਸਾਹਿਬ ਦੀ ਬੇਅਦਬੀ ਹੋਈ, ਦੁਖਦਾਈ ਗੱਲ ਹੈ, ਸੱਚ ਸਾਹਮਣੇ ਆਵੇ, ਅਸੀਂ ਸਭ ਚਾਹੁੰਦੇ ਆ, ਮਗਰ ਉੱਤੇ ਕੱਲੀ ਰਾਜਨੀਤੀ ਸਿਆਸਤ ਅੱਜ ਠੋਕੋ ਤਾਲੀ ਦਾ, ਰਾਧੇ ਮਾਂ ਦਾ, ਰਾਮ ਰਹੀਮ ਦੇ ਚੇਲੇ ਦਾ ਇੱਕ ਕੰਮ ਬਣ ਗਿਆ। ਔਰ ਮੈਂ ਇਹ ਗੱਲ ਕਿਉਂ ਕਹਿ ਰਿਹਾ, ਤੁਸੀਂ ਹੈਰਾਨ ਹੋਵੋਗੇ, ਇਹ ਤੁਹਾਡੇ ਪਬਲਿਕ ਡੋਮੇਨ 'ਚ ਨਹੀਂ ਆਈ। ਇਹਨਾਂ ਨੇ ਰੌਲਾ ਪਾਇਆ, ਬਰਾੜ ਸਾਹਿਬ ਤੁਸੀਂ ਸੁਣ ਲਿਆ, ਕੋਈ ਤੁਸੀਂ ਬੜੇ ਇੰਟਰਵਿਊ ਕਰਦੇ ਆ, ਰੌਲਾ ਪਾਇਆ ਹੁਣ ਇਹ ਤਾਂ ਸੀ ਫਾਇਰਿੰਗ ਕੇਸ ਦਾ ਜਿਹੜੀ ਜੱਜਮੈਂਟ ਆਈ। ਤੁਹਾਨੂੰ ਸ਼ਾਇਦ ਹੈਰਾਨਗੀ ਹੋਊਗੀ ਪਤਾ ਲੱਗ ਕੇ, ਆ ਜਿਹੜੀ ਪਹਿਲੀ ਉਹ ਜਿਹੜੀ ਹਾਈ ਕੋਰਟ ਦਾ ਆਰਡਰ ਆਇਆ ਸੀ ਜਿਹ 'ਚ ਬੇਅਦਬੀ ਵਾਸਤੇ ਸਿੱਟ ਬਣੀ ਸੀ, ਆਰਡਰ ਕਦੋਂ ਆਇਆ ਸੀ? 25/1/2019 ਨੂੰ। ਔਰ ਤੁਸੀਂ ਹੈਰਾਨ ਹੋਵੋਗੇ ਕਿ ਪੰਜਾਬ ਸਰਕਾਰ ਨੇ 1 ਸਾਲ 3 ਮਹੀਨੇ ਕੋਈ SIT ਨਹੀਂ ਕਨਸਟੀਟਿਊਟ ਕੀਤੀ। ਜੇ ਜਾ ਕੇ ਕੀਤੀ ਤੇ 22/4/20 ਨੂੰ ਖਟੜਾ ਸਾਹਿਬ ਨੂੰ ਲਾਇਆ। ਉਦੋਂ ਇਹ ਰਾਮ ਰਹੀਮ ਦੇ ਚੇਲੇ ਨੇ, ਠੋਕੋ ਤਾਲੀ ਨੇ ਪਾਇਆ ਰੌਲਾ? ਕਿੱਥੇ ਨਹੀਂ, ਕਿਉਂਕਿ 18 ਜਾਂ 19 'ਚ ਰੌਲਾ 19 ਨੂੰ ਇਸ ਲਈ ਨਹੀਂ ਰੌਲਾ ਪਾਉਂਦੇ ਸੀ ਕਿਉਂਕਿ ਉਦੋਂ ਇਲੈਕਸ਼ਨ ਨਹੀਂ ਨੇੜੇ ਸੀ, ਉਦੋਂ ਕੁਰਸੀ ਨਹੀਂ ਹਥਿਆ ਸਕਦੇ ਸੀ, ਮਗਰ ਸਿਰਫ ਤੇ ਸਿਰਫ ਸਿਆਸਤ ਕਰਕੇ ਅੱਜ ਰੌਲਾ ਪਾ ਲਿਆ। ਜਦ ਕਿ ਬੇਅਦਬੀ ਦੀ ਜੱਜਮੈਂਟ 19 'ਚ ਆਈ, 20 'ਚ ਸਿੱਟ ਬਣੀ, 21 'ਚ ਖਟੜਾ ਸਾਹਿਬ ਨੂੰ 4/1 ਨੂੰ ਫੇਰ ਹਟਾਤਾ। ਉਦੋਂ ਨਾ ਬੋਲੇ, ਅੱਜ ਕੱਲਾ ਬੋਲਣਾ ਸ਼ੁਰੂ ਕਰਤਾ। ਇਹ ਰਾਜਨੀਤੀ ਆ, ਇਹ ਪੋਲਿਟਿਕਸ ਆ ਜਿਹੜੀ ਉਹਨਾਂ ਨੂੰ ਸੂਟ ਕਰਦੀ, ਉਹ ਕਰਦੇ ਹੋ ਕਰਨ, ਮੈਂ ਨਹੀਂ ਰੋਕ ਸਕਦਾ। ਜੇ ਇਸ ਬਹਾਨੇ ਉਹਨਾਂ ਨੂੰ ਸਮਝਦੇ ਕਿ ਉਹਨਾਂ ਨੂੰ ਕੁਰਸੀ ਮਿਲ ਜੂਗੀ ਕਰਨ, ਮਗਰ ਇਹ ਸੱਚਾਈ ਨਹੀਂ। ਲੋਕ ਬੜੇ ਸਿਆਣੇ ਆ, ਲੋਕ ਬੜੇ ਸਮਝਦਾਰ ਹੈ, ਲੋਕ ਸਾਰੀ ਗੱਲ ਸਮਝਦੇ ਆ। ਔਰ ਅੱਜ ਇਹ ਹਾਲਾਤ ਬਣ ਗਏ ਆ ਕਿ ਚਾਹੇ ਉਹ ਸੁਖਰਾਜ ਹੈ, ਕ੍ਰਿਸ਼ਨ ਭਗਵਾਨ ਦਾ ਲੜਕੇ ਜਿਹੜੇ ਨੇ, ਉਹਨਾਂ ਨੇ ਵੀ ਕਹਿ ਦਿੱਤਾ ਸਾਨੂੰ ਇਹਨਾਂ ਤੇ ਕੋਈ ਭਰੋਸਾ ਨਹੀਂ, ਸਾਨੂੰ ਤਾਂ ਇਹਨਾਂ ਨੇ ਇੱਕ ਸਿਆਸੀ ਫਾਡਰ ਵਾਂਗੂ ਵਰਤਿਆ। ਚਾਹੇ ਉਹ ਰੇਸ਼ਮ ਸਿੰਘ ਨੇ, ਜਿਨ੍ਹਾਂ ਨੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਇਲਜ਼ਾਮ ਲਾਇਆ ਕਿ ਕਾਲੀ ਸਰਕਾਰ ਵੇਲੇ 11 ਪੁਲਿਸ ਵਾਲਿਆਂ ਤੇ ਪਰਚਾ ਸੀ, ਇਹਨਾਂ ਨੇ 7 ਨੂੰ ਬਚਾ ਲਿਆ, 4 ਤੇ ਕੇਵਲ ਪਰਚਾ ਛੱਡਿਆ। ਤੇ ਚਾਹੇ ਉਹ ਜਸਵੀਰ ਕੌਰ ਹੈ, ਵਾਈਫ ਆਫ ਸੁਰਜੀਤ ਸਿੰਘ, 3 ਮੁੱਖ ਗਵਾਹ ਨੇ ਜਿਨ੍ਹਾਂ ਨੇ ਰੌਲਾ ਪਾਇਆ ਕਿ ਸਾਡੇ ਤੇ ਕਾਂਗੜ, ਸੁਰਜੀਤ ਕੌਰ ਨੇ ਇਹ ਰੌਲਾ ਪਾਇਆ ਕਿ ਕਿੱਕੀ ਤੇ ਕਾਂਗੜ ਸਾਡੇ ਤੇ ਦਬਾਅ ਬਣਾਉਂਦਾ, ਸਾਨੂੰ ਧਮਕਾਉਂਦਾ। ਉਦੋਂ ਇਹ ਠੋਕੋ ਤਾਲੀ ਕਿਉਂ ਨਾ ਬੋਲਿਆ? ਕਿਉਂਕਿ ਉਦੋਂ ਸੂਟ ਨਹੀਂ ਕਰਦਾ ਸੀ, ਪੋਲਿਟਿਕਸ ਨਹੀਂ ਇਹਨਾਂ ਦੀ, ਉਦੋਂ ਇਲੈਕਸ਼ਨ ਨਹੀਂ ਨੇੜੇ ਸੀ। ਹੁਣ ਇਲੈਕਸ਼ਨ ਆਈ ਹੈ ਤੇ ਨਵੀਆਂ ਨਵੀਆਂ ਗੱਲਾਂ। ਔਰ ਜਿਹੜੀ ਗੱਲ ਤੁਸੀਂ ਦੂਜਿਆਂ ਦੀ ਕਰਦੇ ਹੋ, ਦੇਖੋ ਅਸੀਂ ਕਿਸੇ ਵੀ MLA ਨੂੰ ਡਰਾਉਣਾ ਧਮਕਾਉਣਾ, ਅਸੀਂ ਉਹਦੇ ਖਿਲਾਫ ਹੈ। ਔਰ ਮੈਂ ਤਾਂ ਇਹ ਚਾਹੂੰਗਾ, ਇਹ 'ਚ ਇੱਕ ਗੱਲ ਹੋਰ ਸਪਸ਼ਟ ਹੋ ਗਈ ਕਿ ਕੇਜ ਪੈਰਟ ਤੋਤੇ ਵਾਂਗੂ ਕੱਲਾ ਕਮਿਸ਼ਨ ਨੂੰ ਜਾਂ ਇੱਕ ਅਫਸਰ ਨੂੰ ਨਹੀਂ ਵਰਤਿਆ, ਇਹ ਵਿਜੀਲੈਂਸ ਨੂੰ ਵੀ ਵਰਤਦੇ ਆ। ਪਤਾ ਤਾਂ ਇਹਨਾਂ ਨੂੰ ਸਭ ਕੁਝ ਸੀ। ਮੀਟੂ ਦਾ ਰੌਲਾ ਕਿੱਥੇ ਕਿੰਨਾ ਪਿਆ ਜੀ? ਦੇਖੋ ਕੋਈ ਵੀ IAS ਅਫਸਰ, ਐਵਰੀਬਡੀ ਸੈਲਫ ਰਿਸਪੈਕਟਿੰਗ, ਧੀਆਂ ਭੈਣਾਂ ਇੱਥੇ ਵੀ ਬੈਠੀਆਂ ਨੇ, ਜੇ ਕਿਸੇ ਨਾਲ ਬੇਇਨਸਾਫੀ ਹੋਊ, ਬਦਸਲੂਕੀ ਹੋਊ, ਫੇਰ ਹੀ ਉਹ ਜਾ ਕੇ ਸ਼ਿਕਾਇਤ ਕਰੂ। ਐ ਕੋਈ ਕਮਲਾ ਨਹੀਂ ਜਾ ਕੇ ਸ਼ਿਕਾਇਤ ਕਰਦੇ। ਔਰ ਐਡੀ ਆਲਾ ਅਫਸਰ ਨੇ ਉਦੋਂ ਸ਼ਿਕਾਇਤ ਕੀਤੀ ਸੀ, ਮਗਰ ਉਦੋਂ ਦੀ ਪੋਲਿਟਿਕਸ ਕੁਝ ਹੋਰ ਸੀ। ਇਹ ਕਪਤਾਨ ਦੇ ਪੈਰਾਂ ਤੇ ਡਿੱਗ ਗਿਆ ਤੇ ਕਪਤਾਨ ਨੇ ਵੀ ਧੋਖਾ ਕੀਤਾ, ਪੰਜਾਬ ਦੀਆਂ ਧੀਆਂ ਭੈਣਾਂ ਨਾਲ ਧੋਖਾ ਕੀਤਾ। ਔਰ ਅੱਜ ਉਹ ਸੱਚ, ਰੱਬ ਦੀ ਮਿਹਰ ਹੋਈ ਹੈ, ਅੱਜ ਉਹ ਸੱਚ ਬਾਹਰ ਆਉਂਦਾ, ਅੱਜ ਉਹ ਸੱਚ ਸਾਹਮਣੇ ਆਉਂਦਾ। ਜਿਹੜੀ ਮਨੀਸ਼ਾ ਗੁਲਾਟੀ ਜੀ ਉਦੋਂ ਚੁੱਪ ਕਰਾਤੀ ਸੀ, ਅੱਜ ਕਹਿੰਦੀ ਮੈਂ ਭੁੱਖ ਹੜਤਾਲ ਤੇ ਬੈਠੂ। ਚਲੋ ਦੇਰ ਆਏ ਦਰੁਸਤ ਆਏ, ਮਗਰ ਮੀਟੂ ਦੇ ਕਿਰਦਾਰ ਬਾਰੇ ਤਾਂ ਸਾਰੀ ਸਮਝ ਕੇ ਕਿਸੇ ਅੱਜ ਤੱਕ ਇਤਿਹਾਸ 'ਚ ICS ਅਫਸਰ ਨੇ ਇੱਕ ਮਿਨਿਸਟਰ ਤੇ ਇਹ ਜਿਹਾ ਆਰੋਪ ਨਹੀਂ ਲਾਇਆ। ਫਸਟ ਟਾਈਮ ਇਟ ਇਜ਼ ਹੈਪਨਿੰਗ ਇਨ ਮਾਈ ਲਾਈਫ ਟਾਈਮ। ਤੁਸੀਂ ਬਜ਼ੁਰਗ ਬੈਠੇ ਹੋ, ਭਰਦਵਾਜ ਸਾਹਿਬ ਤੁਹਾਨੂੰ ਵੱਧ ਪਤਾ ਹੋਣਾ, ਸਾਡੇ 20-25 ਸਾਲਾਂ 'ਚ ਤਾਂ ਨਹੀਂ ਅਸੀਂ ਇਹ ਜੀ ਗੱਲ ਕੋਈ ਸੁਣੀ। ਹਾਂ ਪਹਿਲਾਂ ਦੀ ਕੋਈ ਹੋਊਗੀ, ਮੈਂ ਕਹਿ ਨਹੀਂ ਸਕਦਾ। ਇਸੇ ਤਰ੍ਹਾਂ ਇਹ ਗੱਲਾਂ ਤਾਂ ਬੜੀਆਂ ਨੇ, ਮਗਰ ਇਹ ਤੁਹਾਨੂੰ ਮੈਂ ਇੱਕ ਵੀਡੀਓ ਵਿਖਾ ਦਿਆਂ, ਥੋੜਾ ਦਿਲ ਹੌਲਾ ਕਰ ਦਿਆਂ ਕਿ ਤੁਸੀਂ ਫਿਰ ਕਿਤੇ ਨਾਲੇ ਉਹ ਅਖੀਰ 'ਚ ਇੱਕ ਬਾਕੀ ਗੱਲ ਦੱਸੋ। ਮਾੜੀ ਜੀ ਵੀਡੀਓ ਵਿਖਾ, ਉਹ ਜਿਹੜੀ ਠੋਕੋ ਤਾਲੀ ਦੀ ਹਰਕਤ ਵਿਖਾ। ਜਿਆਦਾ ਯੂਥ ਤੋਂ ਹਰ ਜਗ੍ਹਾ ਰੱਬ ਕੀ ਬਾਤ ਹੋਤੀ ਹੈ, ਤੁਸੀਂ ਸਮਝ ਤਾਂ ਲੋ ਦੀ ਹਰਕਤਾਂ। ਉਹਨੂੰ ਦਰਦ ਹੈ ਕਿਸੇ ਨਾਲ, ਨਾ ਕਿਸੇ ਧਰਮ ਦਾ ਦਰਦ, ਨਾ ਕਿਸੇ ਬੰਦੇ ਦਾ ਦਰਦ, ਉਹ ਤਾਂ ਮੌਕਾ ਪ੍ਰਸਤ। ਚੰਗੀ ਤਰ੍ਹਾਂ ਸੁਣਾ ਦਿਆ। ਲਾਈਟਾਂ ਬੰਦ ਕਰ ਦਿਓ ਜੀ ਮਾੜੀ ਜੀ। ਹਲੋ, ਉਹ ਲਾਈਟਾਂ ਬੰਦ ਕਰ ਦੇ।
राजन मन राधे माँ के दरबार में रब क्यों तो रब की हर जगह बात होती है, पर राधे माँ के दरबार में रब से मुलाकात। ਆ ਦੇਖ ਲਿਓ, ਆ ਰਾਧੇ ਮਾਂ ਵੇਖੋ, ਆ ਵੀ ਖੁਸ਼ ਹੋ ਗਈ ਕਿ ਚੇਲਾ ਚਾਹੀਦਾ ਤੇ ਇਹ ਜਿਹਾ ਚਾਹੀਦਾ। लेकिन बापू के दरबार में रब से मुलाकात। ਅਗਲਾ ਚਲੋ ਅੱਗੇ ਚ ਆ ਮਤਲਬ ਇਹਨੇ ਤਾਂ ਇਹਨੇ ਸੁਣਾ ਦੇ ਕਾਰੀ ਚੰਗੀ ਤਰ੍ਹਾਂ ਸੁਣਾ ਦੇ, ਮੈਂ ਤਾਂ ਸੁਣੀ ਨਹੀਂ। ਮੈਂ ਤਾਂ ਰੋਜ਼ ਵੇਖਦਾ ਇਹ ਜੇ ਢੋਂਗੀ ਬੰਦੇ ਦੱਸੋ ਇਹ ਚੈਲੰਜ ਦੇਣਗੇ, ਸਾਲਾ ਕਰੈਕਟਰ ਹੀ ਕੋਈ ਨਹੀਂ ਜੀਦਾ, ਕਰੈਕਟਰਲੈਸ ਬੰਦੇ। की हर जगह बात होती है, पर राधे माँ के दरबार में रब से मुलाकात। ਇੱਕ ਮਿੰਟ ਰੋਕੀ, ਰਾਧੇ ਮਾਂ ਨੂੰ ਵੀ ਸੰਗ ਆ ਗਈ ਕਿ ਇਹ ਸਾਡੇ ਤੋਂ ਵੱਡਾ ਢੋਂਗੀ ਖੋਰ ਲੱਭ ਪਿਆ। ਮਤਲਬ ਤੁਸੀਂ ਵੇਖੋ ਉਹਨੂੰ ਵੀ ਹੋ ਗਈ ਕਿ ਤੇ ਬਾਬਾ ਇਹ ਨਾ ਕਿਤੇ ਇਸ ਫੀਲਡ 'ਚ ਆ ਜੇ। ਅਗਲਾ ਸੁਣ ਲਓ, ਅਗਲਾ ਸੁਣ ਲਓ, ਅਗਲਾ ਸੁਣਾ ਦੇ। यूं तो रब की हर जगह बात होती है, लेकिन बापू के दरबार में रब से मुलाकात। ਇਹਦੀ ਤਾਂ ਹਰ ਜਗ੍ਹਾ ਹੀ ਪਰ ਰੱਬ ਨਾਲ ਮੁਲਾਕਾਤ ਹੋਈ ਜਾਂਦੀ। ਤੁਹਾਡੀ ਹੋਈ ਕਿਸੇ ਦੀ? ਤੁਹਾਡੀ ਮੈਨੂੰ ਲੱਗਦਾ ਨਾ ਜੱਪ ਜੱਪ ਕੇ ਨਹੀਂ ਹੋਈ ਹੋਣੀ। ਇਹਦੇ ਕੋਲ ਚਲੇ ਜਾਓ, ਨੇ ਕਰਾ ਦੇਣੀ ਮਿੰਟ 'ਚ ਹੀ। ਅਗਲੀ ਸੁਣ ਲਓ, ਹਾਲੇ ਅੱਜ ਤਸੱਲੀ ਕਰਾ ਕੇ ਭੇਜੂ ਇਹਦੇ ਬਾਰੇ ਵੀ ਮੈਂ। ਅਗਲੀ ਸੁਣਾਈ ਮਾੜੀ, ਆ ਸੁਣ ਲਿਆ ਹੁਣ। ਇਹ 2015 उनके उपासक हैं, जमा है लोगों की जो उनके पीछे चलते हैं। तेरा सबसे चौथा एक का धर्म नाल वाली राज खा के बैठा है। DCCI के संचालक शिक्षा देने वाले अनुराग ठाकुर जो बहुत सक्रिय है, पॉलिटिक्स में 3 बार की है, 3 हिमाचल। ਆ ਗੱਲ ਸੁਣੋ, ਤੁਸੀਂ ਵੇਖੋ ਰਾਧੇ ਮਾਂ ਵੀ ਉਹ ਵੀ ਉਹਨੂੰ ਇੰਨੀ ਖੁਸ਼ ਹੋਈ, ਬਾਪੂ ਵੀ ਐਡਾ ਖੁਸ਼ ਹੋਇਆ ਤੇ ਕਹਿੰਦਾ ਇਹਦਾ ਰਾਮ ਰਹੀਮ ਦਾ ਡੰਕਾ ਬੋਲਦਾ। ਹੁਣ ਮੈਂ ਤੁਹਾਨੂੰ ਆ ਸੱਚ ਇਹ ਵੀ ਵੇਖ ਲਓ, ਫੋਟੋ ਕਿੱਥੇ ਦੂਜੀ ਦਿਖਾਈ ਫੋਟੋ, ਆ ਰਾਮ ਰਹੀਮ ਦੀ ਵੀ ਦੱਸਦੀ ਨਾ। ਆ ਵੇਖਿਓ, ਆ ਤੁਹਾਡੀ ਫੋਟੋ, ਆ ਲਓ ਫੋਟੋ। ਆ ਕਿਹਦੇ ਅੱਗੇ ਹੱਥ ਜੋੜੀ ਖੜਾ? ਇਹਦਾ ਭਰੋਸਾ ਕਰੈਕਟਰਲੈਸ ਬੰਦੇ ਦਾ। ਇਹ ਤਾਂ ਸਾਰੇ ਮਤਲਬ ਇਹ ਤਾਂ ਖੜੇ ਪੈਰ ਵੇਚਦੇ ਪਤਾ ਨਹੀਂ ਕਿਹਨੂੰ, ਬੇਅਦਬੀ ਦੇ ਗੱਲਾਂ ਇਹ ਕਰੂ ਬੇਅਦਬੀ ਦੀਆਂ ਗੱਲਾਂ। ਆ ਕਿਹਦੇ ਹੱਥ ਜੋੜੀ ਖੜਾ? ਅਗਲੀ ਫੋਟੋ ਵਿਖਾਈ, ਆ ਵੇਖੋ, ਆ ਕਿੱਧਰ ਕਿਹਦੇ ਪੈਰਾਂ ਤੇ ਡਿੱਗਿਆ ਵੇਖਿਆ? ਦੱਸੋ ਕੋਈ ਸਿਆਸੀ ਲੀਡਰ ਲਿਖਾਓ ਜਿਹੜਾ ਇਸ ਤਰ੍ਹਾਂ ਬਾਬੇ ਦੇ ਪੈਰਾਂ ਤੇ ਡਿੱਗਿਆ ਹੋਵੇ। ਹਨੀਪ੍ਰੀਤ ਵੀ ਖੁਸ਼ ਹੁੰਦੀ ਸੀ ਜਦ ਇਹ ਬੋਲਦਾ ਸੀ ਕਿ ਇਹ ਤਾਂ ਕਿਤੇ ਮੈਨੂੰ ਬਾਬੇ ਨੂੰ ਮੇਰੇ ਕੋਲੋਂ ਨਾ ਖੋ ਕੇ ਲੈ ਜੇ। ਫਿਲਮਾਂ ਦੇ ਰੋਲ ਅਗਲਾ ਉਹ ਦਿਖਾਈ ਜਦੋਂ ਉਹਦੇ ਬਾਬੇ ਦੇ ਚਰਨਾਂ 'ਚ ਡਿੱਗਿਆ ਸੀ, ਉਹਦੇ ਆਸਾ ਰਾਮ ਦੇ ਚਰਨਾਂ 'ਚ ਡਿੱਗਿਆ ਸੀ ਕਿ ਤੂੰ ਵੀ ਬੰਦਲ ਜਾਂਦਾ ਯਾਰ, ਤੈਨੂੰ ਮੈਂ ਮਟੀਰੀਅਲ ਦਿੰਦਾ ਹੁੰਨਾ, ਤੂੰ ਸਾਂਭ। ਅੱਜ ਇਹ ਚੈਲੰਜ ਦੇਣ ਵਾਲੇ ਦੀ ਤਾਂ ਮੈਂ ਕਰਾਉਂ ਤਸੱਲੀ, ਠੋਕੋ ਤਾਲੀ ਦੀ ਦਿਖਾਈ। ਅੱਛਾ ਤੁਸੀਂ ਹੋਰ ਵੇਖੋ, ਇੱਕ ਮਿੰਟ ਰੋਕੀ। ਹੁਣ ਤੁਸੀਂ ਵੇਖੋ, ਤੁਸੀਂ ਦੇਖੋ ਸਾਰੇ ਆਪਦੇ ਧਰਮਾਂ ਦਾ ਸਤਿਕਾਰ ਕਰਦੇ ਹੋ। ਕੋਈ ਬੰਦਾ ਇਹ ਬਰਦਾਸ਼ਤ ਕਰੂ ਕਿ ਤੁਸੀਂ ਗੁਰੂ ਨਾਨਕ ਸਾਹਿਬ ਵਾਸਤੇ ਵੀ, ਸੱਚੇ ਪਾਤਸ਼ਾਹ ਵਾਸਤੇ ਵੀ ਉਹੀ ਸ਼ਬਦ ਵਰਤੋ, ਉਹੀ ਸ਼ਬਦ ਰਾਮ ਰਹੀਮ ਲਈ ਵਰਤੋ, ਉਹੀ ਸ਼ਬਦ ਰਾਧੇ ਮਾਂ ਲਈ ਵਰਤੋ, ਉਹੀ ਸ਼ਬਦ ਆ ਸੁਣ ਲਓ ਇਹਦੀਆਂ ਗੱਲਾਂ, ਉਹੀ ਸ਼ਬਦ। ਅੱਛਾ ਫੇਰ ਅਖੀਰਲੀ ਗੱਲ ਮੈਂ ਗੌਰ ਕਰ ਦਿਆਂ, ਇਹ ਗੱਲ ਕਰਦਾ ਹੈ ਬੇਅਦਬੀ ਦੀ। ਸਭ ਤੋਂ ਵੱਧ ਬੇਅਦਬੀ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨੇ ਕੀਤੀ। ਕਿਹਦੇ ਪੈਰਾਂ 'ਚ ਡਿੱਗਿਆ ਪਿਆ ਸੀ? ਉਹ ਵੀਡੀਓ ਵਿਖਾਈ। ਮਾੜਾ ਪਹਿਲਾਂ ਵੀਡੀਓ ਵੇਖ ਲਓ, ਫਿਰ ਅਗਲੀ ਗੱਲ ਤੇ ਆਉਣਾ ਮੈਂ। की कोई सीमा नहीं, पृथ्वी का कोई तोल नहीं, साधु की कोई जात नहीं, और पारस और बापू आसाराम का कोई तोल नहीं, कोई तोल नहीं। आकाश की कोई सीमा नहीं, पृथ्वी का कोई तोल नहीं, साधु की कोई जात नहीं, और पारस और नरेंद्र भाई मोदी का कोई तोल नहीं, कोई तोल नहीं। ਦੱਸ ਠੋਕੋ ਤਾਲੀ।
क्योंकि आकाश की कोई सीमा नहीं, पृथ्वी का कोई तोल नहीं, साधु की कोई जात नहीं, पारस और सोनिया जी का कोई तोल नहीं। ਹੁਣ ਮੁੰਨੀ ਦੀ ਕੋਈ ਤੋਲ ਨਹੀਂ। आकाश की कोई सीमा नहीं, ਆ ਗੁਰੂ ਸਾਹਿਬ तोल नहीं, साधु की कोई जात नहीं और पारस और बाबा नानक का कोई तोल नहीं, कोई ਦੱਸੋ ਕੋਈ ਬੰਦਾ ਇਹ ਜਿਹਾ ਕੰਮ ਕਰ ਸਕਦਾ? ਇਹ ਤੋਂ ਵੱਡਾ ਫਰਾਡ ਜਦ ਲੋਕੀ ਹਜ਼ਾਰਾਂ ਦੀ ਤਾਦਾਦ 'ਚ ਨਹੀਂ ਲੱਖਾਂ ਦੀ ਤਾਦਾਦ 'ਚ ਮਰ ਰਹੇ ਹੋਣ, ਇਹ ਬੰਦਾ ਰਾਜਨੀਤੀ ਕਰ ਰਿਹਾ। ਮੈਂ ਤਦੇ ਰਾਜਨੀਤੀ ਕਹਿੰਦਾ, ਸਿੰਸੀਅਰਟੀ ਹੋਵੇ ਤੇ ਬੰਦਾ ਸਮਝ ਸਕਦਾ। ਇਹ ਤਾਂ ਕਿਸੇ ਕੰਮ ਨੂੰ ਨਹੀਂ ਸਿੰਸੀਅਰ। ਜਿਹੜਾ ਆਪਦੇ ਆਪ ਨੂੰ ਨਹੀਂ ਸਿੰਸੀਅਰ, ਉਹਨੇ ਕਿਸੇ ਕੰਮ ਨੂੰ ਕੀ ਸਿੰਸੀਅਰ ਹੋਣਾ। ਅਗਲੀ ਗੱਲ ਸੁਣ ਲਿਓ, ਆ ਵੀ ਵੇਖ ਲਿਓ। ਆ ਕੀ नवजोत सिंह सिद्धू जी जो बापू जी के पास फूल अर्पण करेंगे। ਆ ਵੇਖ ਲਿਓ ਕਿਹਦੇ ਪੈਰਾਂ ਤੇ ਡਿੱਗਦਾ ਇਹ ਜਾ ਕੇ। ਇਹ ਰਾਧੇ ਮਾਂ ਦੇ ਵੀ ਚਰਨਾਂ 'ਚ ਡਿੱਗਿਆ, ਇਹ ਰਾਮ ਰਹੀਮ ਦੇ ਵੀ ਚਰਨਾਂ 'ਤੇ ਡਿੱਗਿਆ, ਇਹ ਆਪਣਾ ਜਿਹੜਾ ਆਸਾ ਰਾਮ ਦੇ ਵੀ ਚਰਨਾਂ 'ਚ ਡਿੱਗਿਆ। और यहाँ के अमृतसर के पूर्व मेयर श्री सुनील रत्ती जी भी ਡਿੱਗ ਗਿਆ, ਦੇਖ ਲਿਆ ਜੀ ਡਿੱਗਦਾ। चरणों में आ गया? फूल अर्पण करेंगे। ਆ ਗਿਆ ਕਿ ਨਹੀਂ ਆ ਗਿਆ? ਹੁਣੇ ਡਿੱਗੂ, ਆ ਡਿੱਗੂ ਦੇਖਿਓ, ਇਹ ਡਿੱਗ ਗਿਆ, ਜਮਾਂ ਹੀ ਡਿੱਗ ਜੂ, ਡਿੱਗ ਗਿਆ। ਦੱਸੋ ਇਹ ਬੰਦੇ ਦਾ ਕੋਈ ਕਿਰਦਾਰ ਹੈ? ਮਤਲਬ ਜੀ ਕਿਰਦਾਰ ਵੀ ਲਫ਼ਜ਼ ਮਤਲਬ ਇਹਦੇ ਲਈ ਨਹੀਂ ਵਰਤ ਸਕਦੇ, ਮਗਰ ਰਬੜ ਦੇ ਗੁੱਡੇ ਦਾ ਵੀ ਕੋਈ ਸਟੈਂਡ ਹੁੰਦਾ, ਇਹਦਾ ਕਾਹਦਾ ਸਟੈਂਡ? ਫਿਰ ਅਗਲੀ ਗੱਲ ਦੱਸੋ। ਹਲੇ ਮੈਂ ਇਹਦੀ ਅੱਜ ਤਸੱਲੀ ਕਰਾ ਕੇ ਜਾਊਂ। ਇੱਕ ਹਲੇ ਮੇਰੇ ਕੋਲ ਆ ਦੇਖਿਓ, ਅੱਜ 1 ਮਿੰਟ ਕਰੀ ਵੱਡੀ, ਆ ਥੋੜੀ ਛੋਟੀ ਕਰੀ, ਪੈਰਾਂ ਦੇਖੀ, ਆ ਕਿਹਦੇ ਪੈਰਾਂ ਨੂੰ ਹੱਥ ਲਾਈ ਜਾਂਦਾ? ਸੋਨੀਆ ਗਾਂਧੀ ਦੇ। ਸੋਨੀਆ ਗਾਂਧੀ, ਗਾਂਧੀ ਪਰਿਵਾਰ ਦੇ ਕੋਈ ਗੁਰਸਿੱਖ ਗਾਂਧੀ ਪਰਿਵਾਰ ਦੇ ਪੈਰਾਂ ਨਾ ਨਾਪ ਦੀ ਕਦੇ ਪੱਗ ਸਿੱਟੂ, ਨਾ ਕਦੇ ਪੈਰਾਂ ਨੂੰ ਹੱਥ ਲਾਊ। ਔਰ ਉਹ ਬੰਦਾ ਕਿਹੜੇ ਕਿਰਦਾਰ ਦਾ ਜਿਹੜਾ ਪਹਿਲਾਂ ਇਹਨੂੰ ਮੁੰਨੀ ਕਹਿੰਦਾ ਸੀ, ਅੱਜ ਇਹਨੂੰ ਮੰਮੀ ਕਹਿੰਦਾ? ਦੱਸੋ ਉਹਦਾ ਕੋਈ ਕਿਰਦਾਰ ਰਹਿ ਗਿਆ? ਮਜ਼ਾਕ ਬਣਾਇਆ ਪਿਆ ਯਾਰ। ਇੱਕ ਪਾਸੇ ਕਰੋਨਾ, ਇੱਕ ਪਾਸੇ ਪੰਜਾਬ ਦੇ ਹਾਲਾਤ, ਕੱਲਾ ਤੁਹਾਡੀ ਕੁਰਸੀ। ਮੈਂ ਕੱਲਾ ਤੁਹਾਨੂੰ ਤਾਂ ਇਹ ਗੱਲ ਵਿਖਾ ਰਿਹਾ ਕਿ ਤੁਹਾਨੂੰ ਇਹ ਗੱਲ ਸਮਝ ਆ ਜਾਏ ਕਿ ਇਹ ਬੰਦੇ ਨੂੰ ਕਿਸੇ ਚੀਜ਼ ਨਾਲ ਕੋਈ ਮਤਲਬ ਨਹੀਂ। ਇਹਨੂੰ ਤਾਂ ਕੱਲਾ ਮੈਂ ਮੁੱਖ ਮੰਤਰੀ ਕਿਵੇਂ ਬਣ ਜਾ। ਜੇ ਰੱਬ ਨੇ ਬਣਾਉਣਾ ਬਣ ਜਾਵੇ, ਸਾਨੂੰ ਕੀ ਆ, ਮਗਰ ਨਾਟ ਐਟ ਦਾ ਕਾਸਟ ਆਫ ਹਰ ਗੱਲ ਤੇ ਤੁਸੀਂ ਪੋਲਿਟਿਕਸ ਕਰੀ ਜਾਓ। ਬੇਅਦਬੀ ਦੇ ਜਦ ਫੈਸਲੇ ਹੋਏ ਸੀ ਉਦੋਂ ਬੋਲੇ ਕੁਛ ਨਾ, ਡਰਾਮਾ ਕਰਦੇ ਹੋ ਹਰ ਗੱਲ ਤੇ। ਇਸ ਲਈ ਮੈਂ ਅੱਜ ਫੇਰ ਗੱਲ ਦੁਹਰਾਉਣਾ, ਅੱਜ ਮੈਂ ਫੇਰ ਚੈਲੰਜ ਦਿੰਦਾ ਕਿ ਜੇ ਕੁਛ ਹੈਗਾ, ਮਾਂ ਦਾ ਦੁੱਧ ਪੀਤਾ, ਲੱਤਾਂ 'ਚ ਜਾਨ ਹੈ, ਤੇ ਜਾ ਹਾਈ ਕੋਰਟ ਸੁਪਰੀਮ ਕੋਰਟ ਆਪ ਦਾ ਪ੍ਰੂਫ ਜਾ ਕੇ ਰੱਖਦੇ। ਨਹੀਂ ਤਾਂ ਫਜ਼ੂਲ 'ਚ ਆਪ ਦੀ ਕੁਰਸੀ, ਆਪ ਦੀ ਸਿਆਸਤ ਖਾਤਰ ਇਹ ਡਰਾਮਾ ਨਹੀਂ ਚੱਲਣਾ। ਲੋਕ ਬੜੇ ਸਿਆਣੇ ਆ, ਲੋਕ ਬਹੁਤ ਕੁਝ ਵੇਖਦੇ ਆ, ਪਬਲਿਕ ਸਭ ਜਾਣਦੀ ਹੈ। ਔਰ ਤੁਹਾਨੂੰ ਮੈਂ ਅਖੀਰਲੀ ਇੱਕ ਹੋਰ ਵਿਖਾ ਦਿਆਂ ਇਹਦੀ, ਫਿਰ ਤੁਹਾਨੂੰ ਪੁੱਛੂੰਗਾ ਕਿ ਚੀਕੂ ਤੇ ਸੀਤਾਫਲ ਕਿੰਨਿਆਂ ਨੇ ਖਾਏ। ਆ ਵੀ ਸੁਣ ਲਿਓ, ਇਹ ਨਹੀਂ ਸੁਣੀ ਹੋਣੀ ਕਈਆਂ ਨੇ। ਆਵਾਜ਼ ਵਧਾਓ। ਸਰਕਾਰੀ ਜਿਹੜਾ ਮੇਨ ਚੀਫ ਹੈ ਜਨਰਲ ਧਾਰੀ ਬਾਬਾ ਗੁਰਬਚਨ ਸਿੰਘ, ਉਹਦੇ ਵੱਲੋਂ ਜਿਹੜੇ ਨਵਜੋਤ ਸਿੱਧੂ ਕ੍ਰਿਕਟਰ ਹੈ, ਇਹਦੇ ਫਾਦਰ ਭਗਵਤ ਸਿੰਘ ਸਿੱਧੂ ਫੌਜ ਦੇ ਬੜੇ ਚੰਗੇ ਵਕੀਲ ਸੀ ਪਟਿਆਲੇ, ਉਹ ਭੇਜਦੇ ਰਹੇ। ਉਹ ਬਾਅਦ ਜਾ ਕੇ ਕੋਈ ਜਨਰਲ ਰਹਿ ਪੰਜਾਬ ਦੇ ਕਾਂਗਰਸ ਸਰਕਾਰ 'ਚ ਜਿਹੜਾ ਕਿਹਦੇ ਲਈ ਜਾ ਕੇ ਇਹਦਾ ਡੈਡੀ ਪੇਸ਼ ਹੁੰਦਾ ਰਿਹਾ ਭਗਵੰਤ ਸਿੰਘ। ਇਹ ਸਿੱਖ ਪੰਥ ਦੀ ਗੱਲ ਕਰਦਾ ਨਾ, ਸਿੱਖ ਖਾਲਸਾ ਪੰਥ ਦੀ ਗੱਲ ਕਰਦਾ। ਪਹਿਲਾਂ ਰਾਮ ਰਹੀਮ ਦੇ ਚਰਨਾਂ 'ਚ ਡਿੱਗਿਆ, ਫਿਰ ਇਹ ਰਾਧੇ ਮਾਂ ਦੇ ਚਰਨਾਂ 'ਚ ਡਿੱਗਿਆ, ਫਿਰ ਬਾਪੂ ਆਸਾ ਰਾਮ ਦੇ ਚਰਨਾਂ 'ਚ ਡਿੱਗਿਆ, ਫਿਰ ਇਹ ਉੱਧਰ ਵੀ ਡਿੱਗਿਆ ਨਿਰੰਕਾਰੀਆਂ ਦੇ, ਦਾ ਬਾਪੂ ਡਿੱਗਿਆ ਤੇ ਡਿੱਗਿਆ। ਯਾਰ ਇਹਨਾਂ ਦਾ ਕੀ ਕੈਰੈਕਟਰ ਹੈ? ਮਗਰ ਪੋਲਿਟਿਕਸ ਹੈ, ਪੋਲਿਟਿਕਸ। ਲੋਕ ਇਹ ਸਿਆਸਤ ਹੈ, ਸਿਆਸਤ ਕੱਲੀ। ਔਰ ਇਸ ਗੰਦੀ ਸਿਆਸਤ ਦਾ ਕਿੰਗ ਜੇ ਮੈਂ ਤੁਹਾਨੂੰ ਕਹਿ ਦਿਆਂ, ਬਾਦਸ਼ਾਹ ਜਿਹਨੂੰ ਸਿਰਫ ਤੇ ਸਿਰਫ ਕੁਰਸੀ ਨਾਲ ਮਤਲਬ ਹੈ ਕਿ ਮੈਂ ਮੁੱਖ ਮੰਤਰੀ ਕਿਵੇਂ ਬਣ ਜਾ, ਉਹ ਹੈ। ਇਸ ਲਈ ਅੱਜ ਮੈਂ ਫੇਰ ਚੈਲੰਜ ਦੁਹਰਾਉਣਾ ਕਿ ਜੇ ਤੇਰੇ ਕੋਲ ਪ੍ਰੂਫ ਹੈ, ਤੇਰੇ ਕੇਜਡ ਪੈਰਟ, ਤੇਰੇ ਤੋਤਿਆਂ ਕੋਲੋਂ, ਭਾਵੇਂ ਰਣਜੀਤ ਸਿੰਘ ਸੀ ਤੇ ਭਾਵੇਂ ਉਹ ਦੂਜਾ ਸੀ ਕੁੰਵਰ ਵਿਜੇ ਪ੍ਰਤਾਪ, ਉਹਨਾਂ ਕੋਲੋਂ ਤਾਂ ਨਹੀਂ ਕੋਰਟ 'ਚ ਦਿੱਤਾ ਗਿਆ, ਤੂੰ ਜਾ ਕੇ ਦੇ ਦੇ। ਨਹੀਂ ਤਾਂ ਲੋਕਾਂ ਦਾ ਫਿਕਰ ਕਰ ਲਓ, ਸ਼ਾਸਨ ਤੇ ਫਿਕਰ ਦਿਓ, ਗਵਰਨੈਂਸ ਤੇ ਫਿਕਰ ਦਿਓ, ਕਰੋਨਾ 'ਚ ਜੋ ਹਾਲਾਤ ਪੰਜਾਬ ਦੇ ਬਣ ਰਹੇ ਉਹਦਾ ਧਿਆਨ ਦਿਓ।
ਔਰ ਇਸ ਤਰੀਕੇ ਨਾਲ ਵਿਜੀਲੈਂਸ ਨੂੰ ਵਰਤਣਾ, ਕਦੇ ਕਿਸੇ ਨੂੰ ਡਰਾਉਣਾ ਧਮਕਾਉਣਾ, ਮਤਲਬ ਕਿ ਫਾਈਲਾਂ ਤਾਂ ਸਭ ਦੀਆਂ ਬਣੀਆਂ ਨੇ, ਕੰਮ ਇਹਨਾਂ ਦਾ ਸਭ ਦਾ ਪਤਾ ਹੈ, ਮਗਰ ਜਦ ਤੱਕ ਉਹ ਤੁਹਾਡੇ ਨਾਲ ਰਾਜੀ ਹੈ ਤੇ ਉਹ ਜੋ ਮਰਜ਼ੀ ਲੁੱਟ ਖਸੁੱਟ ਕਰੀ ਜਾਣ, ਠੀਕ ਹੈ। ਜੇ ਨਹੀਂ ਰਾਜੀ ਤੇ ਉਹਨਾਂ ਦੀ ਫਾਈਲਾਂ, ਅੱਜ ਇਹ ਹਾਲਾਤ ਬਣੇ ਪੰਜਾਬ 'ਚ। ਜਿਸ ਤਰ੍ਹਾਂ ਤੁਸੀਂ ਹਾਂਜੀ, ਤੁਸੀਂ ਆਹ ਵੀਡੀਓ ਦਿਖਾਈਆਂ ਨੇ ਤੇ ਇਹ ਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਨ ਦਾ ਵੀ ਕੀ ਹੱਕ ਹੈ? ਮੈਂ ਤਾਂ ਉਹ ਬੇਨਤੀ ਕਰ ਰਿਹਾ ਜੀ। ਅੱਛਾ, ਤੁਸੀਂ ਗੁੱਸਾ ਨਾ ਕਰਿਓ, ਗੁੱਸਾ ਤਾਂ ਨਹੀਂ ਕਰੋਗੇ ਮੇਰੇ ਨਾਲ। ਮੈਨੂੰ ਲੱਗਦਾ ਇੰਨੇ ਬਾਬਿਆਂ ਦੇ ਦਰਸ਼ਨ ਤਾਂ ਤੁਸੀਂ ਨਹੀਂ ਕੀਤੇ ਨੇ, ਜੂ ਤਾਂ ਹਰ ਜਗ੍ਹਾ ਰੱਬ ਕੀ ਬਾਤ ਹੁੰਦੀ ਹੈ। ਇੰਨਾ ਕੰਮ ਤਾਂ ਤੁਹਾਡੇ ਤੋਂ ਨਹੀਂ ਹੋਣਾ। ਤੁਹਾਨੂੰ ਵੀ ਸ਼ਰਮ ਆਉਣੀ ਹੈ ਕਿ ਯਾਰ ਇੰਨਾ ਝੂਠ ਕਿੱਥੇ ਬੋਲਿਆ ਜਾਣਾ। ਇਹਨੇ ਤਾਂ ਹਰ ਸਟੇਜ ਤੇ ਜਾ ਕੇ ਝੂਠ ਬੋਲ ਦਿੰਦਾ, ਹੈ ਹੀ ਨਹੀਂ ਕੋਈ ਇਹ ਜਿਹੇ ਬੰਦੇ ਕਾਹਦੀ ਗੱਲ ਕਰ ਸਕਦੇ। ਇਕੱਲਾ ਇਸ ਲਈ ਮੈਂ ਗੱਲ ਦੱਸਾਂ, ਇਹਨੂੰ ਕਿਸੇ ਚੀਜ਼ ਦਾ ਫਿਕਰ ਨਹੀਂ। ਜਦੋਂ ਬੇਅਦਬੀ ਦੇ ਫੈਸਲੇ ਆਏ ਸੀ ਕੋਰਟ 'ਚ, 1.25 ਸਾਲ ਸਿੱਟ ਨਹੀਂ ਬਣੀ ਸੀ, ਉਦੋਂ ਤੇ ਬੋਲੇ ਨਹੀਂ, ਉਦੋਂ ਤਾਂ ਚੁੱਪ ਮੌਨ ਵਰਤ ਬੋਲੇ। ਅੱਜ ਜੇ ਫੈਸਲਾ ਆਇਆ, ਕਿਹਦੇ ਤੇ ਆਇਆ? ਕੋਟ ਕਪੂਰਾ ਗੋਲੀकांड, ਉਹਦੇ ਤੇ ਕਹਿੰਦੇ ਸਾਡੇ ਕੋਲ ਪ੍ਰੂਫ ਹੈ, ਫਿਰ ਦੇ ਦਿਓ ਭਾਈ। ਫਿਰ ਕਹਿੰਦੇ ਫੋਨ ਤੇ ਗੱਲ ਹੋਈ ਹੈ, ਫੋਨ ਤੇ ਗੱਲ ਹੋਈ ਹੈ, ਕੀ ਕਹਿਤਾ? ਹਾਈ ਕੋਰਟ ਨੇ ਟਿੱਪਣੀ ਦੇ ਦਿੱਤੀ, ਮੈਂ ਨਾ ਮਾਨੂੰ। ਹੁਣ ਇਹ ਜਿਹਾ ਤਾਂ ਇਲਾਜ ਕੋਈ ਨਹੀਂ। ਇਸ ਲਈ ਇਹਨਾਂ ਨੂੰ ਕਿਸੇ ਚੀਜ਼ ਦਾ ਕੋਈ ਫਿਕਰ ਨਹੀਂ, ਨਾ ਬੇਅਦਬੀ ਦਾ, ਨਾ ਗੁਰੂ ਦਾ ਸਤਿਕਾਰ, ਨਾ ਕੁਛ। ਇਹਨਾਂ ਨੂੰ ਤਾਂ ਇਕੱਲਾ ਕੁਰਸੀ ਦਾ, ਗੁਰੂ ਠੋਕਾ ਤਾਲੀ ਕੁਰਸੀ ਸਾਡੀ, ਇਕੱਲਾ ਇਹਦਾ ਫਿਕਰ। ਔਰ ਗੁਰੂ ਗ੍ਰੰਥ ਸਾਹਿਬ ਤੇ ਵੀ ਉਹਨੂੰ ਪਤਾ ਨਹੀਂ ਕਹਿੰਦਾ ਜਕਾਰਾ ਨਹੀਂ। ਸੇਮ ਤਰ੍ਹਾਂ ਦੀ ਸਿਚੁਏਸ਼ਨ ਸੀ ਉਸ ਸਮੇਂ ਆਮ ਆਦਮੀ ਪਾਰਟੀ ਤੁਹਾਡੇ ਤੇ ਬਲੇਮ ਗੇਮਿੰਗ ਕੀਤੀ, ਬਾਅਦ ਚ ਮਾਫੀ ਮੰਗੀ। ਹੁਣ ਸੇਮ ਇਹ ਗੱਲ ਹੋ ਰਹੀ ਹੈ ਕਿ ਸਾਡੇ ਕੋਲ ਸਬੂਤ ਹੈਗੇ ਆ, ਇਤਿਹਾਸ ਦੁਹਰਾ ਰਿਹਾ ਜਾਂ ਟਾਰਗੇਟ ਕੀਤਾ ਜਾ। ਮੈਂ ਤੁਹਾਨੂੰ ਬੇਨਤੀ ਕਰਾਂ ਜੀ, ਮੈਂ ਨਾ ਤੁਹਾਨੂੰ ਦੇਖੋ, ਇਹਦੇ ਕੋਲ ਜਾਂ ਤਾਂ ਖਰਚੇ ਦੀ ਕਮੀ ਹੋਣੀ, ਜਾਂ ਅਕਲ ਦੀ ਕਮੀ ਹੋਣੀ, ਜਾਂ ਹੋਰ। ਤੁਸੀਂ ਇਹਨੂੰ, ਆਪਾਂ ਗੱਡੀ ਵੀ ਦੇਵਾਂਗੇ, ਖਰਚਾ ਵੀ ਦੇਵਾਂਗੇ, ਸਾਰੇ ਰਲ ਮਿਲ ਕੇ ਇਹਨੂੰ ਕੋ ਪ੍ਰੂਫ ਜਾ ਕੇ ਕੋਰਟ 'ਚ ਦੇ ਦੇਵੇ। 4.5 ਸਾਲ ਵਾਟ ਵਰ ਯੂ ਵੇਟਿੰਗ ਫॉर? ਨਾਲੇ ਇਹ ਸਾਡੇ ਨਾਲ ਹੀ ਸੀ ਉਦੋਂ। ਵੇਖੋ ਇਹਦੀ ਦੋਗਲਾ ਰਾਜਨੀਤੀ ਤਾਂ ਵੇਖੋ, ਉਦੋਂ ਕਦੋਂ ਬੋਲਿਆ? ਛੱਡ ਦਿੰਦਾ ਉਦੋਂ। ਇਹਦੀ ਘਰ ਦੀ ਨੇ ਤਾਂ ਅਸਤੀਫਾ ਹੀ ਨਹੀਂ ਦਿੱਤਾ। ਸ਼ੀ ਗੇਵ ਅਸਤੀਫਾ, ਮੈਨੂੰ ਲੱਗਦਾ ਦਸੰਬਰ 'ਚ ਜਾ ਕੇ, ਨਵੰਬਰ ਦਸੰਬਰ 'ਚ ਜਾ ਕੇ, ਇਨ 2016, 1.5 ਸਾਲ ਮਗਰੋਂ। ਇਹੀ ਤਾਂ ਮੈਂ ਕਹਿ ਰਿਹਾ, ਇਟਸ ਆਲ ਅਬਾਊਟ ਪੋਲਿਟਿਕਸ, ਇਟ ਇਜ਼ ਨਾਟ ਅਬਾਊਟ ਪੀਪਲ ਆਫ ਪੰਜਾਬ। ਪੰਜਾਬ ਜਾਂ ਗੁਰੂ ਸਾਹਿਬ ਦੀ ਗੱਲ ਦਾ ਦਰਦ ਹੀ ਕੋਈ ਨਹੀਂ। ਸਿਰਫ ਤੇ ਸਿਰਫ ਰਾਜਨੀਤੀ, ਸਿਆਸਤ, ਕੁਰਸੀ ਦਾ ਖੇਡ ਆ ਮੇਰੇ ਵੀਰੋ, ਇਹ ਹੋਰ ਕਿਸੇ ਚੀਜ਼ ਦਾ ਖੇਡ ਨਹੀਂ। ਮਜੀਠੀਆ ਸਾਹਿਬ, ਜਿਸ ਤਰ੍ਹਾਂ ਦੀ ਨਵਜੋਤ ਸਿੰਘ ਸਿੱਧੂ ਦੀਆਂ ਤਸਵੀਰਾਂ ਦਿਖਾਈਆਂ ਰਾਧੇਵਾਨ ਨਾਲ, ਆਸਾਰਾਮ ਬਖਸ਼ੂਨਾ, ਰਾਮ ਰਹੀਮ ਨਾਲ, ਤੁਹਾਨੂੰ ਲੱਗਦਾ ਸਾਰੀਆਂ ਪਾਰਟੀਆਂ ਇਹਦੇ ਕੀ ਵੋਟਰੀਆਂ ਨੂੰ ਵਰਤਦੀਆਂ ਰਹਿੰਦੀਆਂ ਨੇ, ਹਰ ਕੋਈ ਜਾਂਦਾ? ਉਹ ਭਰਾ, ਮੈਂ ਤੁਸੀਂ ਨਾ ਅਸਲ 'ਚ ਤੁਸੀਂ ਗਲਤ ਪਾਸੇ ਲੈ ਗਏ। ਮੈਂ ਤਾਂ ਤੁਹਾਨੂੰ ਵੀਡੀਓ ਨਹੀਂ ਵਿਖਾ, ਮੈਂ ਤੁਹਾਨੂੰ ਤਸਵੀਰਾਂ ਨਹੀਂ ਵਿਖਾਈਆਂ, ਮੈਂ ਸ਼ਬਦ ਵੀ ਵਿਖਾਏ। यूं तो हर जगह रब की बात होती है, राधे माँ के दरबार में रब से मुलाकात होती है। यूं तो हर जगह रब की बात होती है, बापू आसाराम के दरबार में रब से मुलाकात होती है। यूं तो हर जगह रब की बात होती है, बापू आसाराम के दरबार में रब से मुलाकात होती। बापू राम रहीम के दरबार से मुलाकात होती। बापू राम रहीम का कहना डंका बोलता सी। और कदों की वीडियो? 15 की। मैं जिहड़ी गल तुहानूं कह रहा, जिहड़ा आप ही ढोंगी है, जिहड़ा आप ही फ्रॉड है। ਕਾਂਗਰਸ ਪਾਰਟੀ ਦੇ ਕਈ ਲੀਡਰ ਵੀ ਫੋਟੋਆਂ ਦਿਖਾਉਂਦੇ ਰਹਿੰਦੇ ਨੇ ਕਿ ਬਾਦਲ ਸਾਹਿਬ ਦੀ ਫੋਟੋ ਰਾਮ ਰਹੀਮ ਨਾਲ। ਅੱਜ ਉਹ ਸੁਖਬੀਰ ਜੀ ਦੀ ਫੋਟੋ ਵੇਖਿਓ ਮਾੜੀ ਜੀ, ਮੇਰੀ ਵੀ ਬਣਾਈ ਹੋਈ। ਨਹੀਂ ਕਦੋਂ ਦੀ ਫੋਟੋ ਹੈ? ਸਨ ਕਿਹੜਾ? ਨਹੀਂ ਤੈਨੂੰ ਪਤਾ ਮੇਰਾ ਵੀਰ, ਤੈਨੂੰ ਪਤਾ ਤਾਂ ਸਭ ਕੁਝ ਹੈ। ਫੋਟੋ 'ਚ ਅੱਜ ਤਾਂ ਸੁਖਬੀਰ ਜੀ ਇਹਦੇ ਨਾਲੋਂ ਕਾਫੀ ਤਗੜੇ ਨੇ, ਫੱਟੇ ਕੱਟੇ ਨੇ। ਇਹ ਤਾਂ ਮੈਨੂੰ ਲੱਗਦਾ ਜਦੋਂ ਪੋਲਿਟਿਕਸ 'ਚ ਵੀ ਨਹੀਂ ਸੀ ਮੇਰਾ ਵੀਰ। ਮੈਂ ਜਿਹੜੀਆਂ ਫੋਟੋਆਂ ਵਿਖਾ ਰਿਹਾ 2015 ਦੀ ਵੀਡੀਓ ਵਿਖਾਈ ਆ, ਹੁਕਮਨਾਮੇ ਤੋਂ ਬਾਅਦ ਦੀ ਸਿੱਧੂ ਦੀ। ਔਰ ਇਹਦੀ ਜਿੰਨੀ ਵੀ ਮੈਂ ਵੀਡੀਓ ਵਿਖਾਈ ਹੈ, ਇਹਦੀ MP ਬਣੇ ਤੋਂ ਬਾਅਦ ਦੀ ਵਿਖਾਈ ਆ। ਮੈਂ ਅੱਜ ਤੋਂ 40-30 ਸਾਲ ਪਹਿਲੀ ਗੱਲ ਨਹੀਂ ਕਰ ਰਿਹਾ। ਕੈਪਟਨ ਸਾਹਿਬ ਨੇ ਚੈਲੰਜ ਕੀਤਾ ਹੈਗਾ ਵੀ ਮੇਰੇ ਬਰਾਬਰ ਹੀ ਆ ਕੇ ਲੜ ਲਵੇ, ਪਟਿਆਲੇ ਰਹਿਣ ਦਾ ਸ਼ੌਂਕ ਹੈਗਾ ਪਹਿਲਾਂ। ਦੇਖੋ ਸਾਡੇ ਵੱਲੋਂ ਕੀ ਆ, ਇੱਕ ਪਾਸਿਓ ਚੀਕੂ ਸੀਤਾਫਲ ਖਲੋ ਜਾਏ, ਇੱਕ ਪਾਸਿਓ ਸੰਤਰੇ ਤੇ ਕੇਲੇ ਹੋ ਜਾਣ। ਸਾਡੂ ਟਿੱਕੀ ਲੈਣਾ ਯਾਰ, 2-3 ਫਲਾਂ ਫਰੂਟਾਂ 'ਚ ਫੈਸਲਾ ਹੋ ਜੂ। ਕਿਹਨੂੰ ਕੀ ਚੰਗਾ ਲੱਗਦਾ ਲੋਕਾਂ ਨੇ ਉਹ ਸਵੀਕਾਰ ਕਰ ਲੈਣ। ਵੀ ਲੜਨਾ ਚਾਹੀਦਾ ਹੈਗਾ ਪਟਿਆਲੇ ਤੋਂ। ਭਰਾਵਾ ਮੇਰੇ ਵੱਲੋਂ ਪਟਿਆਲੇ ਛੱਡ, ਜਿੱਥੋਂ ਮਰਜ਼ੀ ਲੜੇ।
ਮੇਰੀ ਕੌਣ ਸਲਾਹ ਲੈਣ ਡਿਆ? ਨਾ ਮੇਰੇ ਤੋਂ ਕੋਈ ਲੈਣ ਡਿਆ, ਨਾ ਮੈਂ ਦੇਣ ਡਿਆ। ਮੈਨੂੰ ਐਵੇਂ ਵਿੱਚ ਤੂੰ ਕਰੀ ਜਾਂਦਾ। ਇਹਨੂੰ ਤਾਂ ਪਾਕਿਸਤਾਨ ਤੋਂ ਵੀ ਸੱਦੇ ਆਈ ਜਾਂਦੇ। ਹਾਂਜੀ, ਉਹ ਜੇ ਬੋਲਣੇ ਹੀ ਉਹ ਨੇ ਤਾਂ ਕਿੱਡਾ ਕੁ ਜ਼ੋਰ ਲੱਗਣਾ, ਸ਼ਾਮ ਨੂੰ ਤੁਹਾਨੂੰ ਹੋ ਜਾਣੇ। ਉਹ ਗੱਲ ਤਾਂ ਸਿੱਧੀ ਆ, ਆਕਾਸ਼ ਕੀ ਕੋਈ ਸੀਮਾ ਨਹੀਂ, ਪ੍ਰਿਥਵੀ ਦਾ ਕੋਈ ਤੋਲ ਨਹੀਂ, ਫਲਾਣੇ ਦੇਵਾਂਗਾ ਕੋਈ ਬੰਦਾ ਨਹੀਂ। ਗੱਲ ਤਾਂ ਸਿੱਧੀ ਹੈ, ਇੱਕੋ ਕੰਮ ਉਹੀ ਜਾ ਕੇ ਰੇਖਤਾ ਬੋਲ ਦੇਣਾ, ਕੰਮ ਕਿਹੜਾ ਲੰਮਾ ਚੌੜਾ। ਚਲੋ ਮੈਂ ਫੇਰ ਆ ਜਾ ਜੀ ਅਖੀਰਲੀ ਗੱਲ ਤੇ ਕਿ ਜਿਹੜੇ ਕਰੋਨਾ 'ਚ ਐਕਸਟੋਰਸ਼ਨ ਹੋ ਰਹੀ ਹੈ ਔਰ ਜੋ ਹਾਲਾਤ ਕਰੋਨਾ ਦੇ ਆ ਪਿੰਡਾਂ 'ਚ, ਉਹਦੇ ਬਾਰੇ ਸਰਕਾਰ ਸੀਰੀਅਸ ਹੋਵੇ, ਕਿਉਂਕਿ ਤੁਸੀਂ ਸਾਰੇ ਰੂਰਲ ਪੰਜਾਬ ਨਾਲ ਕਿਸੇ ਨਾਲ ਸਿੱਧੇ ਤੌਰ ਨਾਲ ਸੰਬੰਧਿਤ ਹੋ। ਇਹ ਨਾ ਹੋਵੇ ਕਿ ਕੱਲ ਆਪਣੇ ਚੋਂ ਵੀ ਇੱਕ ਦੂਜੇ ਨੂੰ ਅੱਖਾਂ 'ਚ ਅੱਖਾਂ ਪਾ ਕੇ ਅਸੀਂ, ਬਿਕੋਜ਼ ਵੀ ਵੁੱਡ ਹੈਵ ਫੇਲਡ ਐਜ਼ ਅ ਰਿਸਪੌਂਸਿਬਲ। ਮੀਡੀਆ ਦਾ ਵੀ ਰੋਲ ਹੈ, ਸਾਡਾ ਵੀ ਰੋਲ ਹੈ, ਸਰਕਾਰਾਂ ਦਾ ਸਾਡੇ ਤੋਂ ਵੱਡਾ ਰੋਲ ਹੈ। ਔਰ ਇਹ ਤਾਂ ਅੱਜ ਜਾਗ ਜਾਣ, ਕੁਝ ਕਰ ਲੈਣ, ਆਪ ਦੀ ਲੜਾਈ ਛੱਡਣ, ਲੋਕਾਂ ਦਾ ਫਿਕਰ ਕਰਨ, ਪ੍ਰਸ਼ਾਸਨ ਲੋਕਾਂ ਨੂੰ ਸਹੂਲਤ ਦੇਣ ਦੀ ਗੱਲ ਕਰਨ। ਮੇਰੀ ਤਾਂ ਇਹ ਬੇਨਤੀ।